नमो श्री हरि कृष्ण तेग बहादुर गुर मेरा श्री गुरु गोविंद सिंह तरों तरा तर पुन 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 बंदों बार बार दिसमह अमृत मानक श्री गुरु ग्रंथ साहिब दद एक ओंकार सतगुरु वाहिगुरु जी की फतेह है। वाहिगुरु वाहिगुरु जी का गुरु प्यारी सवारी सास जीओ आव गुरु संगतां वਡਭਾਗੇ हो जिन्हां ने सतगुरां दे दर्शन दीदार कीते हैं। अमावस का दिन भावना दे नाल मनाया, तन मन धन दे नाल सेवा करके जो महापुरखों ने सेवा कराइयां भले दे कारज होए। संगतां ने अपने तन मन दे नाल सेवा करके जीवन दी इस मर्यादा नूं गुरु चरणां च अर्पण कीता है। जो गुरु साहिब दा बिरद है, तन मन धन सब सौंप गुर को। हुक्म मन्निया हुक्म मन्नियो गाओ। आओ फिर गुरु का जो हुक्म है कि जिन्ना भी हो सके सच्ची बाणी गाया करो। एक ओंकार सतनाम करता पुरख निर्भव निर्वैर अकाल मूरत जुनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ
ਜਿਨੇ ਜਿਨੇ ਵੀ ਸਿਮਰਿਆ ਭਾਈ ਉਹ ਨਿਹਾਲ ਹੋਇਆ। ਜੋ ਗੁਰੂ ਸਾਹਿਬ ਜੀ ਦਾ ਬਿਰਦ ਹੈ, ਜਿਸ ਤਰ੍ਹਾਂ ਮਹਾਰਾਜ ਨੇ ਰਾਏ ਬਲਾਰ ਜੀ ਦਾ ਭਲਾ ਕੀਤਾ, ਉਹਨਾਂ ਨੂੰ ਮੁਕਤੀ ਦਾ ਰਸਤਾ ਦੱਸਿਆ, ਇਸੇ ਤਰ੍ਹਾਂ ਹੀ ਗੁਰੂ ਪਾਤਸ਼ਾਹ ਜੀ ਨੇ ਤੁਲਸਾ ਦਾਸੀ ਗੁਰੂ ਨਾਨਕ ਦੇ ਘਰ ਦੀ ਸੇਵਾਦਾਰ, ਕਿਉਂਕਿ ਸਾਧ ਸੰਗਤ ਜੀ ਆਪਣੇ ਪਰਿਵਾਰ ਲਈ ਆਪਣੇ ਕੁਝ ਫਰਜ਼ ਹੁੰਦੇ ਨੇ, ਉਹ ਵੀ ਨਿਭਾਉਣੇ ਪੈਣੇ ਹੈ। ਪਰ ਮਹਾਰਾਜ ਕਹਿੰਦੇ ਇਹਨਾਂ ਫਰਜ਼ਾਂ ਗਰਜਾਂ ਦੇ ਵਿੱਚੋਂ ਸਮਾਂ ਕੱਢਿਆ ਗਿਆ, ਕਿਉਂਕਿ ਜੋ ਤੂੰ ਪਰਿਵਾਰ ਲਈ ਕਰਦਾ ਹੈ ਨਾ, ਉਹ ਤੈਨੂੰ ਅੱਗੇ ਨਹੀਂ ਮਿਲਣਾ। ਜੋ ਤੂੰ ਨਿਰੰਕਾਰ ਲਈ ਕਰਦਾ ਹੈ, ਉਹ ਤੈਨੂੰ ਅੱਗੇ ਮਿਲਣਾ। ਇਸ ਕਰਕੇ ਤੁਲਸਾ ਨੇ ਸੱਚੇ ਮਨੋਂ ਤਣੋਂ ਸਾਈਂ ਦੀ ਚਾਕਰੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕੀਤਾ। ਜੋ ਗੁਰੂ ਸਾਹਿਬ ਦਾ ਬਿਰਦ ਸੀ, ਸਤਿਗੁਰ ਕੀ ਸੇਵਾ ਜੇ ਕੋ ਕਰੇ, ਮਨ ਚਿੰਦਿਆ ਹਉਮੈ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਹੈ, ਜੋ ਆਪ ਸੰਗਤਾਂ ਭਾਵਨਾ ਨਾਲ ਜੁੜਦੇ ਹੋ, ਸ਼ਰਧਾ ਦੇ ਨਾਲ ਲਾਹਾ ਪ੍ਰਾਪਤ ਕਰਦੇ ਹੋ ਹਰ ਰੋਜ਼। ਤੇ ਗੁਰੂ ਸਾਹਿਬ ਜੀ ਦੀ ਵੱਡੀ ਕਿਰਪਾ ਰਹਿਮਤ ਹੈ ਕਿ ਜਿਨ੍ਹਾਂ ਜਿਨ੍ਹਾਂ ਰੂਹਾਂ ਨੇ ਸੱਚੇ ਦਿਲੋਂ ਇਕਾਗਰ ਹੋ ਕੇ ਉਸ ਪਿਆਰੇ ਨੂੰ ਯਾਦ ਕੀਤਾ, ਉਹਨਾਂ ਦਾ ਮਹਾਰਾਜ ਨੇ ਕਾਰਜ ਕੀਤਾ। ਤੋ ਜਿੱਥੇ ਸ਼ਰਧਾ ਹੁੰਦੀ ਹੈ ਸੰਗਤ ਦੀ, ਗੁਰੂ ਕੀ ਸੰਗਤ ਨੇ ਲੰਗਰ ਲਾਏ, ਕਿਸੇ ਨੇ ਤਨ ਕਰਕੇ ਸੇਵਾ ਕੀਤੀ, ਕਿਸੇ ਨੇ ਮਨ ਕਰਕੇ, ਹਰ ਭਾਵਨਾ ਵਾਲਾ। ਮੈਂ ਅੱਜ ਦੀ ਬਾਤ ਦੱਸਦਾ ਕਿ ਗੁਰੂ ਅਰਜਨ ਸਾਹਿਬ ਪ੍ਰਤੱਖ ਨੇ। ਥੋੜਾ ਜਿਹਾ ਰਜੇਵੇਂ ਵਿੱਚ ਨਾ ਖਿਆਲ ਨਾ ਆਇਆ ਤੇ ਮਹਾਰਾਜ ਦਾ ਚੋਲਾ ਚੜ੍ਹਨਾ ਸੀ, ਤੇ ਮੈਂ ਸਵੇਰੇ ਹੀ ਮਨ 'ਚ ਸੋਚਿਆ ਵੀ ਹੁਣ ਤਾਂ ਅਮਾਵਸ ਹੈ, ਕਿ ਹੁਣ ਕਿਹਨੂੰ ਕਵਾਂਗੇ, ਕਿੱਥੋਂ ਲਿਆਵਾਂਗੇ। ਤੇ ਠੀਕ 20-25 ਮਿੰਟ ਬਾਅਦ ਪ੍ਰੇਮੀ ਸਿੰਘ ਆ ਗਿਆ, ਕਹਿੰਦੇ ਜੀ ਚੋਲੇ ਦੀ ਸੇਵਾ ਕਰੋ। ਇਹ ਹੈ ਗੁਰੂ ਸਾਹਿਬ ਦਾ ਬਿਰਦ। ਮਹਾਰਾਜ ਕਹਿੰਦੇ ਤੂੰ ਅਜੇ ਹੁਣ ਸੋਚਿਆ, ਮੈਂ ਤੇ ਪਹਿਲਾਂ ਹੀ ਤਿਆਰੀ ਕਰਾਈ ਪਈ। ਅੰਤਰਜਾਮੀ ਬਿਦਾਤੇ ਸਰਦਾ ਮਨ ਕੀ ਪੂਰੇ। ਇਸ ਕਰਕੇ ਜਿੱਥੇ ਜਿੱਥੇ ਵੀ ਕੋਈ ਭਾਵਨਾ ਵਾਲਾ ਯਾਦ ਕਰਦਾ, ਮਹਾਰਾਜ ਆਪਣੇ ਕਾਰਜ ਆਪ ਹੀ ਕਰਾ ਲੈਂਦੇ। ਸੰਤਾਂ ਕੇ ਕਾਰਜ ਆਪ ਖਲੋਇਆ। ਆਪਾਂ ਕੌਣ ਹੈ ਕਰਨ ਵਾਲੇ? ਉਹ ਆਪ ਵੀ ਖਲੋਂਦਾ ਤੇ ਆਪ ਵੀ ਕਾਰਜ ਕਰਵਾ ਲੈਂਦਾ ਹੈ। ਤੋ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਿਰਦ ਨੇ, ਜੋ ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਜੁੜੇ ਹੋ, ਸਤਿਗੁਰੂ ਸਭ ਦੀਆਂ ਝੋਲੀਆਂ ਭਰ। ਜਿਸ ਤਰ੍ਹਾਂ ਭਾਈ ਮਨਸੁਖ ਦਾ ਬੇੜਾ ਡੁੱਬ ਰਿਹਾ ਸੀ, ਇਹ ਉਸ ਬੇੜੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਦਾਂ ਪਾਰ ਕੀਤਾ। ਹੁਣ ਉਹ ਸੰਗਲਾ ਦੀਪ ਦੇ ਟਾਪੂ ਤੇ ਹੈ ਤੇ ਮਹਾਰਾਜ ਰਾਏ ਭੋਏ ਦੀ ਤਲਵੰਡੀ ਬੈਠੇ ਹੈ। ਐਸੀ ਕਿਰਪਾ ਹੁਣ ਤੁਹਾਡੇ ਬੱਚੇ ਅਮਰੀਕਾ ਕੈਨੇਡਾ ਬੈਠੇ, ਅਰਦਾਸਾਂ ਇੱਥੇ ਕਰਾਉਣੇ। ਆਖੋ ਵਾਹਿਗੁਰੂ ਵਾਹਿਗੁਰੂ। ਇੰਨੀ ਦੂਰ ਨੇ, ਇੱਕ ਤੁਹਾਡਾ ਭਰੋਸਾ ਹੈ। ਕੀ ਭਰੋਸਾ ਹੈ? ਕਿ ਸਭਨਾ ਜੀਆਂ ਕਾ ਇੱਕ ਦਾਤਾ। ਕਿ ਜਿੱਥੇ ਸਾਡਾ ਹੱਥ ਨਹੀਂ, ਉੱਥੇ ਗੁਰੂ ਦਾ ਹੱਥ ਪਹੁੰਚਦਾ ਹੈ। ਜਿੱਥੇ ਸਾਡੀ ਵਾਹ ਨਹੀਂ ਚੱਲਦੀ, ਉੱਥੇ ਗੁਰੂ ਦਾ ਹੁਕਮ ਚੱਲਦਾ ਹੈ। ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਵਰਦੀਆਂ। ਸੋ ਆਓ ਅਗਲੇ ਪ੍ਰਸੰਗ ਦੀ ਰਮਤਾ ਹੋਣ ਲੱਗੀ, ਸਿਰ ਤੇ ਹੱਥ ਰੱਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਪਗ ਦੀਪਕ ਸਰਸ ਧਰ ਕਰ ਹਿਰਦੇ ਨਕੇਤ। ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਮੈਂ ਤੇਰੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਸਾਰੇ ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹੇ ਗੁਰੂ ਨਾਨਕ, ਆਪ ਜੀ ਦੇ ਜਿਹੜੇ ਚਰਨ ਨੇ ਉਹ ਦੀਵੇ ਦੀ ਨਿਆਈ ਨੇ।
कि जदों भी नवा अध्याय आरंभ हुंदा कवि जी वखरे तरीके नाल उस्तत करदे गुरु जी। कदे कमल दे फुल ना करदे, कदे सूरज ना करदे, कदे चंद्रमा चकोर ना कर दिंदे है, कदे पिछले मंगलाचरण च मोतियां दी माला करके जिक्र कीता। तो अज भावक प्यार दे विच कवि जी कहंदे सतगुरु तुसी दीवा हो, वो दीवा जिहड़ा सारे नेरे दूर कर दिंदा है। हुण आपां जिन्ना चिर बाणी नहीं पढ़दे, गुरु साहब दे कोल नहीं बहिंदे, बहुतियां रूहां नूं इह नहीं पता भी जिंदगी की है। उन्होंने इहो समझिया भी बस खा लिया पी लिया सौ लिया घूम लिया तो इनू जिंदगी कहते। पर महाराज जी कहते एक छोटा जिहा बच्चा एक माँ उन्होंने लाड करती है, प्यार ना कपड़े लैके दिंदी ते मुख चुमदी मेरा पुत वड्डा हो रहा, मेरा पुत छेती छेती जवान हो जाए। तो फकीर कहंदा बीबी ना जवान कर, कहंदी तेरा भला होवे, कातों इदां दीयां गल्लां करदा है। कहंदे रहण दे बच्चा ही, कहंदे क्यों वे छेती छेती जवान होवे, कमाइयां करे। ते बाणी कहंदी जननी जानत सुत बड़ा होता है। आपां दे जन्मदिन मनाउने खुशियां भी पुत वड्डा होया, ते गुरु ग्रंथ साहिब कहंदे इहदा टाइम कटदा जांदा। हुण जदों जन्म हुंदा उदों उत्थे पै गया सस्सा अखर सवास जिन्ने मिलने, वो जिवें जिवें आपां वड्डे हुंदे सगों आपां खुश हुंदे आ, घर दे भी खुश हुंदे आ, पार्टियां करदे जन्मदिन। पर गुरबाणी कहंदी है भी तू नच रहा है तो तेरा टाइम घट रहा, जे 20 दे हो गए तो 20 विचों चले गए, जे 50 दे हो गए तो 50 विचों चले गए। केक कट्टन का मतलब ही ये हुंदा जिदों विच करद जी फेरदे ना, मेरे मुताबिक मैं एवें नहीं आखिओ किते पढ़िया, मैं अपनी भावना नाल वेखना है भी जो केक दे विच करद फिरदी वो ये दसदी भी लै भी मित्रा इन्ने साल तेरे गए, ये नहीं वो वापस आने। जिहड़ा खाधी जावे चीज़ वो जो केक खा लिया फिर कित्थों तो इस करके वो दसदा वा भी अज 50 साल तेरे खाधे गए, जो छकना सी तू छक लिया, हुण वो वापस नहीं तेनों मिलने। तो इस करके महाराज सच्चे पातशाह जी तुसी दीवे हो, ओ दीपक हो जेड़े सारी सृष्टि नूं चानण दे रहे हो। जुगत खोजो चरो कथा श्री बेदी कुल केत। हे वाहिगुरु गुरु नानक साहिब जी किरपा करके इस दीवे दा थोड़ा जिहा चानण किते गरीब दे हिरदे च भी रख ले महाराज। हम अंधले अंध बिखै बिखराते क्यों चालै गुर चाले। महाराज जी असी अन्ने हाँ, सानू दीदा को नहीं है, असी माड़े कमां च जिंदगी बतीत कर रहे हैं। सतगुर दया करे सुखदाता, दया तो बिना दर्शन नहीं जी हुंदे। आखो वाहिगुरु सतगुर दया करे सुखदाता, हम लावे आपन पात। महाराज मैनू अपने पल्ले ना ला लो, मैनू अपना लड़ फड़ा दिओ जिहड़ा मेरा भला हो जावे, मेरी जिंदगी सौखी बतीत हो जाए, मेरे जिहड़े सवास सौखे बतीत हो जाए। बाता खलारा ना पावां, उन्ना को खलारा पावां जिन्ना को इकट्ठा कर रखो। सतनाम वाहिगुरु। तो इस करके हमारे सच्चे पातशाह गरीब नवाज आप जी दया दे दाते हो, थोड़ा जिहा चानण गरीब नूं दे दो, क्योंकि ਆਪਾਂ ਸਾਰੇ ਅੱਖਾਂ ਹੈਗੀਆਂ ਪਰ ਆਪਾਂ ਜੀ ਅੰਨੇ ਆਪਾਂ ਨੂੰ ਪਰ ਪਿਆਰਾ ਨਹੀਂ ਨਾ ਦਿਸ ਰਿਹਾ। ਇਸੇ ਤਰ੍ਹਾਂ ਭਾਈ ਕੰਠੂ ਜੀ ਅੱਖਾਂ ਤੋਂ ਅੰਨੇ ਸੀ। ਰੋਜ਼ ਗੁਰੂ ਰਾਮਦਾਸ ਦੇ ਘਰ ਨਾ ਮੀਂਹ ਜਾਵੇ ਹਨੇਰੀ ਜਾਵੇ ਨਾਗਾ ਨਹੀਂ ਸੀ ਪਾਉਂਦੇ, ਰੋਜ਼ ਦਰਸ਼ਨ ਕਰਦੇ ਸੀ। ਇਹ ਕਹਿੰਦੇ ਇੱਕ ਦਿਨ ਮੀਂਹ ਆਇਆ ਤੇ ਘਰ ਦੇ ਕਹਿੰਦੇ ਵੀ ਬਾਪੂ ਜਾ ਰਹਿਣ ਦੇ, ਅੱਜ ਰਹਿਣ ਦੇ ਤੂੰ, ਅੱਜ ਚਿੱਕੜ ਬੜਾਈ ਤੇ ਸਾਡਾ ਵੀ ਟਾਈਮ ਨਹੀਂ ਹੈਗਾ। ਅੰਨੇ ਬੰਦੇ ਦੀ ਨਾ ਸੂਝ ਬੜੀ ਹੁੰਦੀ ਹੈ, ਉਹ ਸੋਟੀ ਨਾਲ ਹੀ ਆ ਜਾਂਦਾ ਸੀ। ਹੁਣ ਅੱਜ ਵੀ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਹਰਿਮੰਦਰ ਸਾਹਿਬ, ਉਹਨਾਂ ਦੀਆਂ ਅੱਖਾਂ ਨਹੀਂ ਹੈ ਤੇ ਪਤਾ ਨਹੀਂ 400-500 ਦੇ ਕਰੀਬ ਗੁਰਬਾਣੀ ਦਾ ਸ਼ਬਦ ਜ਼ਬਾਨੀ ਕੰਠ। ਸਾਡੀਆਂ ਅੱਖਾਂ ਵੀ ਹੈਗੀਆਂ, ਸਾਨੂੰ ਤੇ ਜਪਜੀ ਸਾਹਿਬ ਨਹੀਂ ਆਉਂਦਾ।
ਇਸ ਕਰਕੇ ਉਹਨਾਂ ਰੂਹਾਂ ਤੇ ਕਿਰਪਾ ਗੁਰੂ ਦੀ। ਮੈਨੂੰ ਕਈ ਕਹਿਣਗੇ ਜੀ ਰੱਬ ਹੁੰਦਾ ਜੀ ਗੁਰੂ ਕੁਛ ਕਰਦਾ। ਮੈਂ ਤਾਂ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਮੈਂ ਵੀ ਤੁਹਾਡੇ ਵਰਗਾ, ਪਰ ਮੈਨੂੰ ਇੰਨਾ ਜ਼ਰੂਰ ਪਤਾ ਨਾ ਤੇ ਮੈਂ ਕਦੇ ਪਿਆਰੀ ਨੂੰ ਵੇਖਿਆ ਹੀ ਆ, ਕਥਾ ਕਰਦੇ ਉਹਦੀ ਸਿਫਤ ਕਰਦੇ ਆ, ਪਰ ਇੰਨਾ ਕੁ ਯਕੀਨ ਜ਼ਰੂਰ ਆ ਵੀ ਇਹ ਗੁਰੂ ਰਾਮਦਾਸ ਦਾ, ਗੁਰੂ ਅਰਜਨ ਸਾਹਿਬ ਦਾ ਘਰ ਇੱਦਾਂ ਦਾ ਏ ਜਿੱਥੇ ਟੁੱਟੀਆਂ ਹੋਈਆਂ ਸੁਰਤਾਂ ਜੁੜਦੀਆਂ। ਕਿੰਨਾ ਵੀ ਬੰਦਾ ਪਰੇਸ਼ਾਨ ਹੋਵੇ, ਜਦੋਂ ਸੰਗਤ 'ਚ ਬਹਿ ਜਾਂਦਾ ਤੇ ਉਹਦਾ ਉੱਠਣ ਨੂੰ ਜੀ ਨਹੀਂ ਕਰਦਾ, ਉਹਨੂੰ ਆਨੰਦ ਆਉਣ ਲੱਗ ਪੈਂਦਾ। ਟੁੱਟੀਆਂ ਸੁਰਤਾਂ ਜੁੜਦੀਆਂ ਏ। ਦੂਜਾ ਇਹ ਘਰ ਉਹ ਹੈ ਜਿੱਥੇ ਡਿੱਗਿਆਂ ਨੂੰ ਸਹਾਰਾ ਮਿਲਦਾ। ਤੀਜਾ ਇਸ ਘਰ ਦੀ ਬਖਸ਼ਿਸ਼ ਹੈ, ਇੱਥੇ ਮੰਗਤੇ ਵੀ ਸ਼ਾਹ ਬਣਦੇ ਵੇਖੇ ਸ਼ਾਹ। ਜਿਹੜੇ ਇੱਕ ਰੋਟੀ ਮੰਗ ਕੇ ਖਾਣ ਆਏ ਸੀ ਉਹਨਾਂ ਦੇ ਲੰਗਰ ਚੱਲਣ ਲੱਗ ਪਏ। ਇਹ ਉਹ ਦਰ ਹੈ ਜਿੱਥੇ ਅੰਨ੍ਹਿਆਂ ਨੂੰ ਨੇਤਰ ਮਿਲਦੇ। ਹੁਣ ਇਹ ਗੁਰੂ ਘਰ ਦਾ ਕ੍ਰਿਸ਼ਮਾ ਨਹੀਂ ਤੇ ਕੀ ਹੈ ਵੀ ਸਾਡੀਆਂ ਐਡੀਆਂ ਮੋਟੀਆਂ ਅੱਖਾਂ ਸਾਰਾ ਦਿਨ ਮੋਬਾਈਲ ਵੇਖਦੀਆਂ, ਇਹਨਾਂ ਤੋਂ ਜਪਜੀ ਸਾਹਿਬ ਨਹੀਂ ਯਾਦ ਹੋਇਆ, ਤੇ ਭਾਈ ਸਾਹਿਬ ਦੇ ਨੇਤਰ ਵੀ ਨਹੀਂ ਹੈਗੇ ਤੇ ਉਹਨਾਂ ਨੂੰ ਕਿੰਨੇ ਸ਼ਬਦ ਯਾਦ ਹੋ ਗਏ। ਗੁਰੂ ਘਰ ਦਾ ਕ੍ਰਿਸ਼ਮਾ ਨਹੀਂ ਤੇ ਕੀ ਹੈ। ਅਜੇ ਵੀ ਬੰਦਾ ਕਹੇ ਵੀ ਮਹਾਰਾਜ ਸੁਣਦੇ ਆ ਹੈਗੇ ਕਿ ਨਹੀਂ, ਫਿਰ ਤੇ ਮੂਰਖ ਹੀ ਹੈ। ਭਾਈ ਕੰਠੂ ਜੀ ਨੇਤਰ ਨਹੀਂ ਕਰਦੇ, ਕਹਿੰਦੇ ਬਾਪੂ ਅੱਜ ਮੀਂਹ ਪੈਂਦਾ ਹੀ, ਅੱਜ ਰਹਿਣ ਦੇ। ਕਹਿੰਦਾ ਨਾ ਨਾ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਕਹਿੰਦੇ ਨਾਗਾ ਨਹੀਂ ਪਾਉਣਾ ਮੈਂ, ਬਾਪੂ ਰਾਮਦਾਸ ਪਿਤਾ ਜੀ ਨੂੰ ਮਿਲ ਕੇ ਆਉਣਾ। ਕਹਿੰਦੇ ਘਰੋਂ ਨਿਕਲ ਤੁਰੇ ਤੇ ਪੈਰ ਤਿਲਕ ਗਿਆ, ਕੱਚਾ ਥਾਂ ਸੀ, ਪਿਛਲੇ ਪੈਰੀ ਡਿੱਗੇ, ਦਸਤਾਰ ਵੀ ਖੁੱਲ ਗਈ, ਚਿੱਕੜ ਦੇ ਨਾਲ ਚਿਹਰਾ ਭਰ ਗਿਆ। ਕਿਸੇ ਨੇ ਉਠਾਇਆ, ਕਹਿੰਦੀ ਓਏ ਅੰਨੇ ਬਾਰੇ ਵੀ ਮੀਂਹ ਕਣੀ ਜਦੋਂ ਅੰਦਰ ਨਹੀਂ ਬੈਠਾ ਹੈ। ਕਹਿੰਦੇ ਮੈਂ ਤੇ ਅੰਦਰ ਬਹਿਣਾ ਵਾ, ਪਰ ਜਿਹੜਾ ਮੇਰੇ ਅੰਦਰ ਬੈਠਾ ਉਹ ਨਹੀਂ ਬਹਿਣ ਦਿੰਦਾ। ਮੈਂ ਤਾਂ ਅੰਦਰ ਬਹਿਣਾ ਏ, ਪਰ ਜਿਹੜਾ ਮੇਰੇ ਅੰਦਰ ਹੈ ਨਾ ਉਹ ਨਹੀਂ ਬਹਿਣ ਦਿੰਦਾ। ਕਹਿੰਦੇ ਤੇਰੇ ਅੰਦਰ ਕੌਣ ਹੈ? ਕਹਿੰਦੇ ਗੁਰੂ ਰਾਮਦਾਸ। ਖਿੱਚ ਪੈਂਦੀ ਮੈਨੂੰ, ਮੈਂ ਕੀ ਕਰਾਂ। ਹੁਣ ਜਿਹੜੇ ਤੁਹਾਡੇ ਤੋਂ ਜਿਨ੍ਹਾਂ ਦੇ ਉੱਤੇ ਤਰਸ ਹੋਇਆ ਉਹ 2-2:30 ਵਜੇ ਮੰਜਾ ਵੜ ਖਾਣ ਲੱਗ ਪੈਂਦਾ, ਉਹਨਾਂ ਦਾ ਜੀ ਕਰਦਾ ਮੈਂ ਹੁਣ ਸਹੀ ਹੈ ਜਿਹਦੇ ਤੇ ਤਰਸ ਹੈ। ਬਾਬਾ ਫਰੀਦ ਸਾਹਿਬ ਦੇ ਬੋਲ ਐਵੇਂ ਨਹੀਂ ਹੈ, ਉਹ ਕਹਿੰਦੇ ਅੱਜ ਨਾ ਸੁੱਤੀ ਕੰਤ। ਬਾਬੇ ਫਰੀਦ ਨੇ ਕਿਹਾ ਇੱਕ ਦਿਨ ਸਿਹਤ ਢਿੱਲੀ ਤੇ ਨਮਾਜ਼ ਦਾ ਨਾਗਾ ਪੈ ਗਿਆ, ਸਾਰੀ ਰਾਤ ਤੜਫਦਿਆਂ ਲੰਘੀ। ਤੇ ਨਾਲ ਹੀ ਫਰੀਦ ਸਾਹਿਬ ਕਹਿੰਦੇ ਮੈਂ ਸੋਚਾਂ ਵੀ ਮੈਂ ਤੇ ਇੱਕ ਦਿਨ ਨਹੀਂ ਪੜ੍ਹੀ ਤੇ ਰਾਤ ਨਹੀਂ ਲੰਘੀ, ਤੇ ਜਿਹੜੇ ਕਦੇ ਨਹੀਂ ਪੜ੍ਹਦੇ ਉਹਨਾਂ ਦਾ ਕੀ ਬਣਦਾ ਉਹ ਹੈ ਨਾ। ਹੁਣ ਤੁਹਾਡੇ 'ਚ ਨਿਤਨੇਮੀ ਸਿੰਘ ਆ, ਸਹਿਜ ਪਾਠ ਭੈਣਾਂ ਕਰਦੀਆਂ। ਰੱਬ ਕਰੇ ਤੁਸੀਂ ਕਿਤੇ ਢਿੱਲੇ ਮੱਠੇ ਹੋ, ਤੁਹਾਡਾ ਨਿਤਨੇਮ ਰਹਿ ਜੇ ਤੇ ਤੁਸੀਂ ਰੋ ਰੋ ਕੇ ਬੁਰਾ ਹਾਲ ਕਰ ਲੈਣਾ, ਤੇ ਵੇਖਣ ਵਾਲੇ ਨੇ ਕਹਿਣਾ ਵੀ ਇਹ ਪਾਗਲ ਆ। ਮਾਰੇ ਕਹਿੰਦੇ ਜਦੋਂ ਅਮਲੀ ਨੂੰ ਅਮਲ ਨਹੀਂ ਮਿਲਦਾ, ਜਿਹਦੇ ਤੇ ਗੁਰੂ ਖੁਸ਼ ਹੋ ਜਾਂਦਾ ਉਹਨੂੰ ਉਹਦੇ ਨਾਲ ਰਿਸ਼ਤਾ ਜੋੜ ਲੈਂਦਾ। ਜਿੱਦਾਂ ਤੁਹਾਡੇ ਬੱਚੇ ਬਾਹਰ ਆ ਤੇ ਫੋਨ ਨਾ ਆਵੇ 3-4 ਦਿਨ ਤੇ ਮਾਤਾ ਤੜਫਦੀ ਜੀ ਫਿਰਦੀ। ਮੈਂ ਕਿਹਾ ਕੀ ਹੋਇਆ ਜੀ? ਕੁਛ ਨਹੀਂ ਹੋਇਆ, ਕੁਛ ਨਹੀਂ। ਫਿਰ ਮੈਂ ਕਿਹਾ ਦੱਸ ਦੇ ਕੀ ਹੋਇਆ? 4 ਦਿਨ ਹੋਏ ਫੋਨ ਨਹੀਂ ਆਇਆ ਬੱਚੇ ਦਾ। ਰਿਸ਼ਤਾ ਬਣ ਗਿਆ ਨਾ। ਜਿੰਨਾ ਚਿਰ ਗੁਰੂ ਨਾਲ ਰਿਸ਼ਤਾ ਨਹੀਂ ਜੁੜਦਾ ਤੁਹਾਨੂੰ ਬਾਣੀ ਨਹੀਂ ਚੰਗੀ ਲੱਗਦੀ। ਤੁਹਾਨੂੰ ਕਥਾ ਕੀਰਤਨ 'ਚ ਕਿਹੜਾ ਜੰਮਿਆ ਬਿਠਾਉਣ ਵਾਲਾ, ਜਿੰਨਾ ਚਿਰ ਰਿਸ਼ਤਾ ਜੁੜਦਾ। ਰਿਸ਼ਤਾ ਜੁੜ ਗਿਆ ਤੇ ਫਿਰ ਠਾਉਣ ਵਾਲਾ ਨਹੀਂ ਕੋਈ ਜੰਮਿਆ। ਤੇ ਭਾਈ ਕੰਠੂ ਕਹਿੰਦੇ ਮੈਂ ਜਾਣਾ ਹੀ ਹੈ। ਕਹਿੰਦੇ ਵੀ ਇੱਕ ਗੱਲ ਦੱਸ ਵੀ ਤੂੰ ਉੱਥੇ ਜਾ ਕੇ ਕਰਨਾ ਕੀ ਹੈ? ਕਹਿੰਦੇ ਗੁਰੂ ਰਾਮਦਾਸ ਜੀ ਦੇ ਦਰਸ਼ਨ। ਉਹ ਹੱਸ ਪਏ, ਉਹਨਾਂ ਮਜ਼ਾਕ ਉਡਾਇਆ। ਕਹਿੰਦੇ ਵੀ ਤੂੰ ਅੰਨਾ ਹੈਗਾ, ਤੈਨੂੰ ਦੀਦਾ ਕੋਨੀ ਤੇ ਦਰਸ਼ਨ ਕਿਹਦੇ ਕਰਨੇ? ਹੱਥ ਜੋੜੋ ਸਾਰੇ, ਆਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਤੇ ਭਾਈ ਕੰਠੂ ਕਹਿੰਦੇ ਅੰਨਾ ਮੈਂ ਆ, ਤੇ ਜਦੋਂ ਮੈਂ ਜਾ ਕੇ ਗੁਰੂ ਰਾਮਦਾਸ ਦੀ ਅਰਦਲ ਤੇ ਆਪਣਾ ਮੱਥਾ ਟੇਕਦਾ ਏ, ਅੰਨਾ ਮੈਂ ਆ, ਮੇਰਾ ਗੁਰੂ ਤੇ ਸਜਾ ਖਾਈ। ਸਤਿ ਸ਼੍ਰੀ ਅਕਾਲ। ਕਹਿੰਦੇ ਮੇਰਾ ਗੁਰੂ ਮੈਨੂੰ ਵੇਖ ਲੈਂਦਾ ਏ। ਤੁਸੀਂ ਜਿੰਨੇ ਵੀ ਸ਼ਰਧਾ ਨਾਲ ਸੇਵਾ ਕਰਦੇ, ਸਿਮਰਨ ਕਰਦੇ, ਗੁਰੂ ਘਰ ਆਉਣੇ, ਗੁਰੂ ਸਾਹਿਬ ਤੁਹਾਨੂੰ। ਤੇ ਭਾਈ ਸੰਤੋਖ ਸਿੰਘ ਕਹਿੰਦੇ ਬਾਬਾ ਤੂੰ ਉਹ ਦੀਵਾ ਹੈ ਜਿਹਨੇ ਸਾਰੀ ਸ੍ਰਿਸ਼ਟੀ 'ਚ ਚਾਨਣ ਹੀ ਚਾਨਣ ਪੈਦਾ ਕਰਤਾ, ਕਿਤੇ ਥੋੜਾ ਜਿਹਾ ਗਰੀਬ ਨੂੰ ਦੇ ਦੇ। ਉਹ ਹਿਰਦੇ ਮੇਰੇ 'ਚ ਚਾਨਣ ਥੋੜਾ ਜਿਹਾ ਬਖਸ਼ ਦੇ, ਜਿਹਦੇ ਨਾਲ ਮੈਂ ਤੇਰੀ ਕਥਾ ਹੋਰ ਸੋਹਣੀ ਤਰ੍ਹਾਂ ਲਿਖਾਂ, ਹੋਰ ਛੰਦ ਪਿਆਰ ਦੇ ਵਿੱਚ ਤਿਆਰ ਕਰਾਂ। ਕਿਰਪਾ ਕਰੋ ਜੀ। ਚੌਪਈ ਕਾ
ਕਸ਼ਕ ਅਹੇ ਮਨ ਸੁਖ ਬਿਰਤੰਤੇ ਸੋ ਸੁਨੀਏ ਸ੍ਰੀ ਗੁਰ ਜਸਵੰਤੇ। ਇਹ ਕਥਾ ਚੱਲ ਰਹੀ ਖਡੂਰ ਸਾਹਿਬ ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਬਾਲਾ ਬੜਾ ਆਨੰਦ ਆ ਰਿਹਾ। ਪਹਿਲੀ ਸਾਖੀ ਸੰਪੂਰਨ ਹੋਈ ਨਾ ਤੁਲਸਾਂ ਦਾਸੀ ਦੀ, ਉਹਨੇ ਮਹਾਰਾਜ ਸਾਹਿਬ ਦੇ ਚਰਨਾਂ ਨੂੰ ਚੁੰਮਿਆ ਤੇ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਤੇ ਜਦੋਂ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਤੇ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਤੋਂ ਹੁਣ ਸੰਭਾਲੀ ਨਹੀਂ ਜਾਣੀ ਕਿਰਪਾ, ਇਹਨੇ ਗਵਾ ਬਹਿਣੀ ਹੈ। ਜਾਂ ਤੇ ਲੋਕਾਂ ਨੂੰ ਸੀਸਾਂ ਦੇਊਗੀ ਤੇ ਜਾਂ ਫਿਰ ਬਹਾਦਰੀ ਦੇਊਗੀ। ਕਿਉਂਕਿ ਜਦੋਂ ਬੰਦੇ ਦੀ ਰਸਨਾ ਤੇ ਰੱਬ ਬਹਿੰਦਾ ਨਾ, ਉਹਦੇ ਬੋਲ ਸੱਚ ਹੋਣ ਲੱਗ ਪੈਂਦੇ। ਤਾਂ ਹੀ ਤਾਂ ਜਿਨ੍ਹਾਂ ਨੂੰ ਉਹ ਕਹਿੰਦੇ ਤਰ ਗਏ ਉਹ ਤਰ ਗਏ, ਜਿਨ੍ਹਾਂ ਨੂੰ ਕਹਿਤਾ ਮਰ ਗਏ ਉਹ ਸਾਧੂ ਬੋਲੇ ਸਹਿਜ ਸੁਭਾਏ। ਗੁਰੂ ਅਰਜਨ ਸਾਹਿਬ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਸਤਿਗੁਰੂ ਜੀ ਰੱਬ ਕਿੱਥੇ ਰਹਿੰਦਾ? ਗੁਰੂ ਅਰਜਨ ਸਾਹਿਬ ਮੰਜੀ ਸਾਹਿਬ ਬੈਠੇ ਪਿਆਰ ਕਰਦੀਆਂ ਸੀ ਸੰਗਤਾਂ। ਇਹਦੇ ਮਾਰੇ ਰੱਬ ਕਿੱਥੇ ਰਹਿੰਦਾ? ਉਹ ਦੀਦਾ ਤੇ ਕਿਤੇ ਨਹੀਂ ਆ। ਉਹਦੀਆਂ ਕਥਾ ਵੀ ਮੰਦਿਰਾਂ 'ਚ ਹੁੰਦੀਆਂ, ਗੁਰਦੁਆਰੇ 'ਚ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਰੱਬ ਜਿਹੜਾ ਹੈ ਬੰਦਗੀ ਵਾਲੇ ਦੀ ਜ਼ੁਬਾਨ ਤੇ ਰਹਿੰਦਾ। ਕਹਿੰਦੇ ਉਹ ਕਿੱਦਾਂ? ਮਾਰੇ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਨਾ। ਜਿਹੜਾ ਅੱਠੇ ਪੈਰ ਇਸ ਜੀਵ ਤੇ ਨਿੰਦਿਆ ਨੂੰ ਨਹੀਂ ਵੜਨ ਦਿੰਦਾ, ਚੁਗਲੀ ਨੂੰ ਨਹੀਂ ਆਉਣ ਦਿੰਦਾ, ਨਾ ਕਰਦਾ ਹੀ ਆ ਬਸ ਉਹ ਸਿਮਰਨ ਨਹੀਂ ਚੱਲਦਾ, ਉਸ ਜੀਵ ਤੇ ਉਹ ਸਵਾਰ ਹੋ ਜਾਂਦਾ। ਤੇ ਜਦੋਂ ਫਿਰ ਉਹ ਜੀਵ ਇੰਨੀ ਉੱਚੀ ਸੁੱਚੀ, ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਆਪਣੇ ਹੱਥ ਇੱਕ ਹੱਥ ਦੂਜੇ ਹੱਥ ਤੇ ਰੱਖੋ, ਕਿਤੇ ਵੀ ਲਾ ਲਓ, ਇਹ ਝੂਠਾ ਨਹੀਂ ਹੁੰਦਾ। ਤੇ ਇਹ ਜਦੋਂ ਇੱਥੇ ਮੂੰਹ ਤੇ ਲੱਗਦਾ, ਹੁਣ ਆਵੇ ਲਾਈਵ ਚੱਲਦਾ, ਆਪਾਂ ਇਦਾਂ ਕਰਕੇ ਮੁੱਖ ਕਿਉਂ ਪੂੰਝੀਦਾ? ਉਹਦਾ ਮੈਂ ਹੱਥ ਲਾ ਲਿਆ ਤੇ ਉਸੇ ਵੇਲੇ ਕਮੈਂਟ ਆ ਜਾਂਦਾ ਵੀ ਹੱਥ ਝੂਠਾ ਹੋ ਗਿਆ। ਭਾਈ ਸਾਹਿਬ ਖਿਆਲ ਰੱਖੋ। ਤੇ ਇੱਕ ਅੰਦਰੋਂ ਤੁਹਾਨੂੰ ਮੈਂ ਸਵਾਲ ਕਰਦਾ ਵੀ ਇੱਥੇ ਹੱਥ ਲੱਗਾ, ਇੱਥੇ ਲੱਗਾ, ਇਹ ਸੁੱਚਾ ਵਾ। ਜਦੋਂ ਇੱਥੇ ਲੱਗਦਾ ਤੇ ਉਦੋਂ ਕਿਉਂ ਝੂਠਾ ਹੁੰਦਾ? ਉਹ ਵੀ ਤਾਂ ਮਾਸ ਹੀ ਹੈ। ਤੇ ਫਿਰ ਕਿਸੇ ਭਿੱਜੇ ਹੋਏ ਨੇ ਦੱਸਿਆ ਸੀ, ਕਹਿੰਦੇ ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਇਹ ਰਸਨਾ ਝੂਠੀ ਹੋਣ ਦਾ ਕਾਰਨ ਪਤਾ ਕੀ ਹੈ? ਜਿਹੜੀਆਂ ਤੂੰ ਲੋਕਾਂ ਦੀਆਂ ਬੁਰਾਈਆਂ ਕਰਦਾ ਨਾ, ਲੋਕਾਂ ਦੀਆਂ ਮੈਲਾਂ ਧੋਣਾ ਆਪਣੀ ਜੀਭ ਨਾਲ। ਉਹਦਾ ਮੁੰਡਾ ਨਹੀਂ ਚੰਗਾ, ਉਹਦੀ ਕੁੜੀ ਨਹੀਂ ਚੰਗੀ, ਉਹਦੇ ਇਦਾਂ ਪਰਿਵਾਰ, ਉਹਨੇ ਤੇਰੀ ਜੀਭ ਨੂੰ ਝੂਠੀ ਕਰਦਾ। ਉਹ ਫਿਰ ਜਿਹੜੀ ਚੀਜ਼ ਤੇਰੀ ਜੀਭ ਤੇ ਲੱਗਦੀ ਉਹ ਝੂਠੀ ਹੋ ਜਾਂਦੀ ਆ। ਇਹਨੂੰ ਸੁੱਚੀ ਕਰਦੇ, ਇਹਦੇ ਤੇ ਰੱਬ ਬਹਿ ਜਾਏਗਾ। ਹੁਣ ਜਿਤਨੇ ਵੀ ਮਹਾਂਪੁਰਖ ਕਮਾਈ ਵਾਲੇ ਹੋਏ ਆ, ਉਹਨਾਂ ਦੇ ਬਚਨ ਸੱਚ। ਹੁਣ ਭਾਈ ਪਾਰੋ ਜੀ ਪਰਮਹੰਸ ਡੱਲੇ ਵਾਲੇ, ਉਹਨਾਂ ਦੀ ਜੀਭ ਇੰਨੀ ਪਵਿੱਤਰ ਹੋ ਗਈ ਸੀ। ਸੇਠ ਨੇ ਆਖਿਆ, ਬਾਬਾ ਲੋਕਾਂ ਨੂੰ ਸਾਖੀਆਂ ਸੁਣਾਉਣਾ ਹੈ, ਮੇਰੀ ਤੇ ਝੋਲੀ ਖਾਲੀ ਹੈ। ਭਾਈ ਪਾਰੋ ਕਹਿੰਦੇ ਜਾ ਫਿਰ ਭਰ ਜੂਗੀ। ਉਹਦੀ ਸੱਚੀ ਉਹ ਭਰ ਗਈ। ਇਸੇ ਤਰ੍ਹਾਂ ਪੀਰ ਹਮਜਾ ਗੌਸ ਦੀ ਰਸਨਾ ਪਵਿੱਤਰ ਸੀ। ਬੀਬੀ ਨੇ ਆਖਿਆ ਬਾਬਾ ਪੁੱਤ ਦੇ ਦੇ, ਕਹਿੰਦੇ ਇੱਕ ਦੇ ਵੀ ਦੋ ਹੋਣਗੇ, ਇੱਕ ਮੈਨੂੰ ਦੇ ਜੀ। ਰੱਬ ਸਾਧੂ ਦੀ ਜ਼ੁਬਾਨ ਤੇ ਰਹਿੰਦਾ, ਪਰ ਸਾਧੂ ਜਿਹਦੀ ਰਸਨਾ ਤੇ ਸਦਾ ਹੀ ਸਿਫਤ ਹੀ ਚੱਲਦੀ ਰਹੇ। ਆਪਾਂ ਦੇ ਇੱਕ ਜਪਜੀ ਸਾਹਿਬ ਪੜ੍ਹ ਕੇ ਤੇ ਹੁਣ ਕਈ ਹਜ਼ਾਰ ਨਿੰਦਿਆ ਕਰਨੀ ਇਸ ਜੀਵ ਨਾਲ, ਉਹ ਇੱਕੋ ਜਿਹਾ ਕਰ ਲੈਂਦੇ ਆ। ਤੋ ਇਸ ਕਰਕੇ ਭਾਈ ਬਾਲਾ ਜੀ ਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਅੱਗੇ ਕਥਾ ਚਲਾਓ। ਬੜਾ ਆਨੰਦ ਆਇਆ ਪਿਛਲੀ ਕਥਾ 'ਚ, ਕਿਉਂਕਿ ਤੁਲਸਾ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋਈ ਤੇ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਇਹਦੇ ਤੋਂ ਝੱਲਿਆ ਨਹੀਂ ਜਾਣਾ। ਇਹਨੇ ਲੋਕਾਂ ਦਾ ਭਵਿੱਖ ਦੱਸਣ ਲੱਗ ਪੈਣਾ, ਕਿਉਂਕਿ ਇਹਨੂੰ ਜਾਣਨ, ਇਹਨੇ ਦੱਸ ਦਿਆ ਕਰਨਾ ਸਭ ਨੂੰ ਵੀ ਤੇਰੇ ਬੱਚੇ ਦਾ ਵਿਆਹ ਕਦੋਂ ਤੇ ਕਿੱਥੇ ਹੋਣਾ, ਤੇਰੇ ਘਰ ਕਿੰਨੇ ਬੱਚੇ ਹੋਣੇ, ਕਿਹਦੀ ਮੌਤ ਕਦੋਂ ਆਉਣੀ ਹੈ। ਤੇ ਇਹ ਰੱਬ ਦਾ ਸ਼ਰੀਕਾ ਵਾ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਰਾਮਾਤ ਕਹਿਰ ਦਾ ਨਾਮ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਹੀ ਬਾਬੇ ਗੁਰਦਿੱਤੇ ਨੇ ਮਰੀ ਗਾਂ ਜਿਉਂਦੀ ਕੀਤੀ ਸੀ। ਤੇ ਮਹਾਰਾਜ ਨੇ ਕਹਿਦਾ ਸੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਇੱਕ ਜੋ ਵਰ ਮੰਗਿਆ ਸੋ ਵਰ ਦਿੱਤਾ। ਕਹਿੰਦੇ ਬਾਬਾ ਜੀ ਦੋ ਤਲਵਾਰਾਂ ਨਹੀਂ ਪੈਣੀਆਂ, ਚਲੋ। ਭਾਈ ਪਾਰੋ ਜੀ ਨੇ ਸੇਠ ਨੂੰ ਪੁੱਤ ਬਖਸ਼ੇ। ਗੁਰੂ ਅਮਰਦਾਸ ਜੀ ਨੇ ਆਖਿਆ ਦੋ ਤਲਵਾਰਾਂ ਨਹੀਂ ਪੈਣੀਆਂ, ਇੱਕ ਮਿਆਨ ਦੇ ਵਿੱਚ ਜਾਂ ਤੇ ਗੁਰਤਾ ਗੱਦੀ ਤੇ ਬਹਿ ਜਾਓ, ਨਹੀਂ ਤੇ ਸੱਚਖੰਡ ਚਲੇ ਜਾਓ। ਇਸੇ ਤਰ੍ਹਾਂ ਬਾਬਾ ਟਲ ਰਾਏ ਜੀ ਨੇ ਮੋਹਣ ਨੂੰ ਮਰੇ ਪਏ ਨੂੰ ਜੀਂਦਾ ਕਰਤਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਦੋ ਤਲਵਾਰਾਂ ਨਹੀਂ ਪੈਣੀਆਂ, ਜਾਂ ਫਿਰ ਤੁਸੀਂ ਚੱਲੋ ਜਾਂ ਅਸੀਂ ਜਾਂਦੇ ਹਾਂ। ਉਹਨਾਂ ਨੇ ਵੀ ਚਿੱਟੀ ਚਾਦਰ ਲਈ ਤੇ ਸੰਸਾਰ ਤੋਂ ਵਿਦਾ ਹੋ ਗਏ। ਇਹ ਘਰ ਦੇ ਵਿੱਚ ਪਿਆਰ ਹੈ। ਇੱਕ ਬਾਬਾ ਰਾਮ ਸਿੰਘ ਜੀ ਬੇਦੀ ਬੱਗੇ ਭਰਵੱਟਿਆਂ ਵਾਲੇ ਸਨ। ਉਹ ਬੀਬੀ ਇੱਕ ਦਾ ਪੁੱਤ ਮਰ ਗਿਆ, ਸ਼ਰਧਾ ਬੜੀ ਸੀ, ਉਹ ਰੋਈ ਜਾਵੇ, ਬਾਬਾ ਜੀ ਕਿਰਪਾ ਕਰੋ, ਮੇਰਾ ਪੁੱਤ ਜੀ ਜੇ, ਮੇਰਾ ਪੁੱਤ ਠਾਓ।
ਉਹ ਕਹਿੰਦੇ ਤੇਰਾ ਠਾ ਦਿੰਦੇ, ਫਿਰ ਸਾਡਾ ਪੂਰਾ ਹੋ ਜੂ। ਇੱਦਾਂ ਹੁੰਦਾ ਵਾ ਜੀ, ਤੁਸੀਂ ਕਿਸੇ ਲਈ ਦਿਲੋਂ ਦੁਆ ਮੰਗਦੇ ਹੋ ਤਾਂ ਤੁਹਾਡੀ ਕਮਾਈ ਉੱਧਰ ਨੂੰ ਚਲ ਜਾਂਦੀ। ਬੜੀਆਂ ਕਰਕੇ ਵੇਖੀਆਂ ਪਰ ਕਦਰ ਨਹੀਂ ਕਰਦਾ ਕੋਈ, ਲੋਕੀ ਮਤਬਲੀ ਆ। ਜਦੋਂ ਕਿਸੇ ਦਾ ਮਤਬਲ ਨਿਕਲ ਜਾਂਦਾ ਫਿਰ ਗੁਰੂ ਦੀ ਕਦਰ ਵੀ ਨਹੀਂ ਕਰਦੇ ਤੇ ਸਿੱਖ ਦੀ ਵੀ ਨਹੀਂ। ਮੰਨ ਲਓ ਕਿਸੇ ਨੇ 2 ਸਹਿਜ ਪਾਠ ਕੀਤੇ, 2-2.5 ਲੱਖ ਮੂਲ ਮੰਤਰ ਦੀ ਕਮਾਈ ਕੀਤੀ, ਕੋਈ 25-30 ਹਜ਼ਾਰ ਜਪਜੀ ਸਾਹਿਬ ਪੜਿਆ, ਤੁਹਾਡੇ ਲਈ ਤਰਲਾ ਲੈਤਾ ਤੇ ਬਾਪੂ ਨੂੰ ਮੰਨਣੀ ਪੈਣੀ, ਕਿਉਂਕਿ ਉਹਨੇ ਰਾਤਾਂ ਜਾਗੀਆਂ, ਉਹਦੇ ਆਖੇ ਤੁਹਾਡਾ ਕਾਰਜ ਹੋ ਜਾਣਾ, ਉਹਦੀ ਕਮਾਈ ਕਟਿੰਗ ਹੋ ਜਾਣੀ ਤੇ ਤੁਸੀਂ ਲੈ ਕੇ ਸਮਾਨ ਤੇ ਤਿੱਤਰ ਹੋ ਜਾਣਾ। ਇਹ ਹੁੰਦਾ ਹੈ ਬਾਬਾ ਨਿਹਾਲ ਸਿੰਘ ਜੀ ਅਟਾਰੀ ਵਾਲੇ ਦਾ ਇਤਿਹਾਸ ਪੜ੍ਹਿਓ। ਬਾਬਾ ਮਹਾਰਾਜਾ ਰਣਜੀਤ ਸਿੰਘ ਜੀ ਮੰਜੇ ਤੇ ਪੈ ਗਏ, ਵੈਦ ਨੇ ਆਖਿਆ ਵੀ ਮੁਸ਼ਕਲ ਹੈ, ਇਹਨਾਂ ਬਚਣਾ ਨਹੀਂ। ਤੇ ਸਰਦਾਰ ਨਿਹਾਲ ਸਿੰਘ ਨੇ ਆਖਿਆ ਸੀ ਵੀ ਕੋਈ ਹੱਲ, ਕਹਿੰਦੇ ਹਾਂ ਇੱਕ ਹੱਲ ਹੋ ਸਕਦਾ, ਕੋਈ ਕਮਾਈ ਵਾਲਾ ਅਰਦਾਸ ਕਰਕੇ ਤੇ ਇਹਦੀ ਆਈ ਆਪਣੇ ਸਿਰ ਲੈ ਲੇ। ਇਹ ਇਤਿਹਾਸ ਹੈ ਸਾਡਾ। ਤੇ ਬਾਬਾ ਨਿਹਾਲ ਸਿੰਘ ਨੇ ਦੇਗ ਕਰਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ 5 ਸਿੰਘ ਲੈ ਕੇ ਕਿ ਹੇ ਜਗਦੀ ਜੋਤ, ਇਹ ਮਹਾਰਾਜੇ ਦਾ ਘਾਟਾ ਸਾਡੇ ਤੋਂ ਜਰ ਨਹੀਂ ਹੋਣਾ, ਇਸ ਕਰਕੇ ਮੈਂ ਬਥੇਰਾ ਖਾ ਪੀ ਲਿਆ। ਕਿੱਦਾਂ ਦੇ ਸਿੱਖ ਸੀ ਵੇਖੋ, ਇੱਦਾਂ ਦਾ ਪਿਆਰ ਹੈਗਾ ਕਿਸੇ ਦਾ ਅੱਜ ਕੱਲ੍ਹ? ਕਿਸੇ ਦੀ ਆਈ ਮਰੇ। ਬਾਬਾ ਨਿਹਾਲ ਸਿੰਘ ਅਟਾਰੀ ਫਤਿਹਗੜ੍ਹ ਸਭਰਾ, ਉਹਨਾਂ ਨੇ ਅਰਦਾਸ ਕੀਤੀ, ਹੇ ਵਾਹਿਗੁਰੂ ਇਹ ਕਿਰਪਾ ਕਰ ਦਿਓ ਤੁਸੀਂ, ਜਿੱਦਾਂ ਗੁਰੂ ਅਮਰਦਾਸ ਜੀ ਨੇ 11 6 ਸਾਲ 11 ਮਹੀਨੇ ਤੇ 17 ਦਿਨ ਦੀ ਉਮਰ ਇਤਿਹਾਸ ਕਹਿੰਦੇ ਗੁਰੂ ਰਾਮਦਾਸ ਦੀ ਝੋਲੀ 'ਚ ਪਾਈ ਗੁਰੂ ਅਮਰਦਾਸ ਜੀ ਨੇ। ਉਹੀ ਬੀਬੀ ਭਾਨੀ ਦੀ ਤਪੱਸਿਆ ਵੇਖ ਕੇ ਇੰਨੀ ਕਮਾਈ ਸੀ, ਪੈਰ ਦੇ ਵਿੱਚ ਕਿੱਲ ਲੰਘ ਗਿਆ, ਲਹੂ ਦਾ ਛੱਪੜ ਲੱਗ ਗਿਆ, ਤੇ ਉਸ ਧੀ ਨੇ ਜਿੰਨਾ ਚਿਰ ਬਾਪੂ ਦਾ ਇਸ਼ਨਾਨ ਸੰਪੂਰਨ ਨਹੀਂ ਹੋਇਆ ਸੇਵਾ ਨਹੀਂ ਛੱਡੀ। ਧਿਆਨ ਦਿਆ ਜੀ, ਸੇਵਾ ਬੜੀ ਮਹਿੰਗੀ ਹੈ। ਤੇ ਮਹਾਰਾਜ ਸਾਹਿਬ ਨੇ ਆਖਿਆ ਸੀ, ਪੁੱਤ ਤੇਰਾ ਸੁਹਾਗ ਦਾ ਦੀਵਾ ਬੁਝ ਚੱਲਿਆ। ਤੇ ਬੀਬੀ ਭਾਨੀ 'ਚ ਕਿੰਨਾ ਕੁ ਸਬਰ, ਚੀਕ ਨਹੀਂ ਮਾਰੀ, ਪਿੱਟੀ ਨਹੀਂ, ਕਹਿੰਦੀ ਪਿਤਾ ਜੀ ਰੋਜ਼ ਜਪਜੀ ਸਾਹਿਬ ਪੜ੍ਹਦੇ ਆ, ਹੁਕਮ ਹੈ ਅੰਦਰ ਸਭ ਕੋ, ਕੋਈ ਨਹੀਂ ਜੋ ਹੁਕਮ ਹੈ। ਤੇ ਸਤਿਗੁਰੂ ਕਹਿੰਦੇ ਪੁੱਤ ਤੇਰੇ ਸਬਰ ਨੂੰ ਭਾਗ ਲੱਗਣਾ ਏ, ਤੂੰ ਕਦੇ ਇਸ ਜ਼ੁਬਾਨ ਤੋਂ ਉਲਟ ਕੇ ਜਵਾਬ ਨਹੀਂ ਦਿੱਤਾ। 7 ਵਜਨ ਕਹਿੰਦੀ ਰਹੀ, ਲੈ ਫਿਰ ਅੱਜ ਪੁੱਤ ਰਿਆ ਕਿਸੇ ਦਾ ਪਿਓ ਧੀ ਨੂੰ ਗੱਡੀ ਦਿੰਦਾ, ਬੋਲੋ ਵਾਹਿਗੁਰੂ। ਕਿਸੇ ਦਾ ਪਿਓ ਧੀ ਨੂੰ ਦਾਜ ਦਿੰਦਾ, ਬੋਲੋ ਵਾਹਿਗੁਰੂ। ਕਿਸੇ ਦਾ ਪਿਓ ਧੀ ਨੂੰ ਸੋਨੇ ਨਾ ਭਰ ਦਿੰਦਾ, ਬੋਲੋ ਵਾਹਿਗੁਰੂ। ਕਹਿੰਦੇ ਪੁੱਤ ਅੱਜ ਫਿਰ ਤੈਨੂੰ ਉਹ ਚੀਜ਼ ਦਵਾਂਗੇ ਜਿਹੜਾ ਦੁਨੀਆ ਦਾ ਕੋਈ ਬਾਪ ਨਹੀਂ ਦੇ ਸਕਦਾ। ਕਹਿੰਦੇ ਪਿਤਾ ਜੀ ਉਹ ਕੀ? ਕਹਿੰਦੇ ਆਪਣੀ ਉਮਰ ਦੇ ਵਿੱਚੋਂ ਕੁਝ ਉਮਰ ਸਾਡੀ ਜਿਹੜੀ, ਕਿਉਂਕਿ ਤੁਸੀਂ ਦੋ ਨੇ, ਗੁਰੂ ਨਾਨਕ ਦੇ ਘਰ ਦੀ ਇੰਨੀ ਟੋਕਰੀ ਢੋਈ ਆ, 21 ਸਾਲ ਲੋਕੀ ਕਹਿੰਦੇ ਬੋਲ ਨਾ ਦਿਓ ਕਿਤੇ, ਭੈਣ ਘਰੇ ਭਾਈ ਤੇ ਸਹੁਰੇ ਘਰੇ ਜਵਾਈ, ਅੱਗੇ ਨਾ ਬੋਲਿਓ ਜੇ। ਤੇ ਉਹ ਭੈਣ ਦੇ ਘਰ ਭਾਈ 14 ਸਾਲ 9 ਮਹੀਨੇ 13 ਦਿਨ ਬਾਬਾ ਨਾਨਕ, ਤੇ ਸਹੁਰਿਆਂ ਘਰ ਜਵਾਈ 21 ਸਾਲ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ। ਸਤਿ ਸ਼੍ਰੀ ਅਕਾਲ। ਤੋ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਪੁੱਤ ਤੂੰ ਤੇ ਤੇਰੇ ਖਵੰਦ ਨੇ ਇਸ ਘਰ ਦੀ ਇੰਨੀ ਕੁ ਸੇਵਾ ਕੀਤੀ, ਤੁਹਾਡੇ ਤੋਂ ਗੁਰੂ ਨਾਨਕ ਖੁਸ਼ ਹੈ। ਆ ਚੱਕੋ ਤੁਹਾਨੂੰ ਉਹ ਤੋਹਫਾ ਦਿੰਨੇ ਜਿਹੜਾ ਦੁਨੀਆ 'ਚ ਕੋਈ ਨਾ ਦੇ ਸਕਦਾ, ਨਾ ਦਵੇਗਾ ਤੇ ਨਾ ਦੇ ਪਾਵੇਗਾ। ਆਪਣੀ ਆਰਜਾ ਉਹਨਾਂ ਦੀ ਝੋਲੀ 'ਚ ਪਾਈ। ਇਤਿਹਾਸ ਬਾਬਾ ਨਿਹਾਲ ਸਿੰਘ ਨੇ ਅਰਦਾਸ ਕੀਤੀ, ਹੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਮੇਰੀ ਬੇਨਤੀ ਪ੍ਰਵਾਨ ਕਰੋ, ਇਹਦਾ ਕਾਲ ਮੇਰੇ ਸਿਰ ਤੇ ਭੇਜ ਦਿਓ, ਇਹਦਾ ਭਲਾ ਕਰੋ। ਤੇ ਪ੍ਰਤੱਖ ਇਤਿਹਾਸ ਕਹਿੰਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਉੱਠਿਆ, ਤੁਰਨ ਲੱਗ ਪਿਆ, ਜਲ ਪਾਣੀ ਛਕਣ ਲੱਗ ਪਿਆ, ਤੇ ਉਧਰ ਬਾਬਾ ਜੀ ਮੰਜੇ ਤੇ ਪੈਣੇ ਸ਼ੁਰੂ ਹੋ ਗਏ। ਠੀਕ ਹੈ ਜੀ, ਕਿਉਂਕਿ ਦੁਨੀਆ ਸਾਰੀ ਦੁਖੀ ਆ। ਇੱਥੇ ਕਿਸੇ ਨੂੰ ਮਰਜ਼ੀ ਪੁੱਛ ਲਓ ਕਿਹੜਾ ਸੁਖੀ ਤੁਹਾਡੇ 'ਚੋਂ, ਸਾਰੇ ਖੜੇ ਹੋਏ ਨੇ ਬਾਬਾ ਜੀ ਮੈਂ ਵੀ ਦੁਖੀ। ਇਸ ਕਰਕੇ ਕੋਈ ਵੀ ਬੇਨਤੀ ਕਰਦਾ ਨਾ ਸਾਈਂ ਤੇ ਰੱਖਿਆ ਕਰੋ ਵੀ ਮਹਾਰਾਜ ਤੈਨੂੰ ਜਿੱਦਾਂ ਚੰਗਾ ਲੱਗਦਾ ਕਰ, ਕਿਉਂਕਿ ਸਾਰਾ ਸੰਸਾਰ ਮਾਰੇ ਕਹਿੰਦੇ ਨਾਨਕ ਦੁਖੀਆ, ਸਭ ਸੰਸਾਰ ਕਰਮਾਂ ਕਰਕੇ ਸਾਰੇ ਹੀ ਦੁਖੀ ਆ। ਹੁਣ ਕਰਮ ਆਪ ਕਰਦੇ ਆਪਾਂ ਤੇ ਭੁਗਤਨੇ ਕੋਈ ਵੀ ਨਹੀਂ ਚਾਹੁੰਦਾ। ਹੁਣ ਮੰਨ ਲਓ ਮੇਰੇ ਕਰਮ ਮਾੜੇ ਤੇ ਮੈਂ ਕਹਿੰਦਾ ਵੀ ਮੇਰੇ ਤੇ ਮਾੜੇ ਦਿਨ ਨਾ ਆਉਣ, ਤੇ ਮਾਰੇ ਕਹਿੰਦੇ ਮਾੜੇ ਕੀਤੇ ਕਿਉਂ? ਹੁਣ ਤੁਸੀਂ ਇਸ ਵੇਲੇ ਕਥਾ ਸੁਣਦੇ ਆ, ਇੱਕ ਬੰਦਾ ਇਸ ਵੇਲੇ ਜੂਆ ਖੇਡਣ ਦਿਆ, ਉਹ ਤੁਹਾਨੂੰ ਕਹਿੰਦਾ ਤੁਸੀਂ ਕਿੱਧਰ ਤੁਰ ਪਏ, ਉੱਥੇ ਐਵੇਂ ਬਹਿਣਾ ਪੈਂਦਾ ਹੈ। ਹੁਣ ਉਹਦਾ ਕਰਮ ਬਣਨਾ ਹੈ
ਉਹ ਕਰਮ ਜਿਹੜਾ ਨਾ ਕਿ ਮਹਾਂਪੁਰਖ ਜੰਗਲ 'ਚ ਜਾ ਰਹੇ ਸਨ ਤੇ ਉਹਦੇ ਚੇਲਿਆਂ ਨੇ ਪੁੱਛਿਆ ਕਿ ਬਾਬਾ ਜੀ ਦੁੱਖ ਕਿੱਥੋਂ ਪੈਦਾ ਹੁੰਦੇ ਆ? ਦੁੱਖ ਵੀ ਜਦੋਂ ਦੁੱਖ ਆਉਂਦੇ ਆਈ ਜਾਂਦੇ ਖਹਿੜਾ ਨਹੀਂ ਛੱਡਦੇ। ਤੇ ਚਲਦਿਆਂ ਚਲਦਿਆਂ ਮਹਾਂਪੁਰਖ ਉਸ ਜੰਗਲ ਦੇ ਵਿੱਚ ਕੀ ਵੇਖਿਆ? ਇੱਕ ਵੱਡਾ ਸਾਰਾ ਪਿੱਪਲ ਦਾ ਦਰਖਤ ਡਿੱਗਾ ਪਿਆ, ਉਹਦੀਆਂ ਜੜ੍ਹਾਂ ਬਾਹਰ ਸੀ ਪਰ ਉਹ ਹਰਿਆ ਏ। ਤੇ ਉਹਦੇ ਕੋਲ ਖਲੋ ਕੇ ਹੱਸਣ ਲੱਗ ਪਏ, ਕਹਿੰਦੇ ਇੱਥੋਂ ਪੁੱਛ ਲਓ। ਆਖੋ ਸਤਿਨਾਮ ਵਾਹਿਗੁਰੂ। ਉਹ ਕਹਿੰਦੇ ਜੇ ਅਸੀਂ ਤੁਹਾਨੂੰ ਪੁੱਛਿਆ ਵੀ ਜ਼ਿੰਦਗੀ 'ਚ ਦੁੱਖ ਕਿਉਂ ਆਉਂਦੇ, ਪ੍ਰੋਬਲਮਸ ਕਿਉਂ ਆਉਂਦੀਆਂ ਨੇ, ਉਹ ਕਹਿੰਦੇ ਇਹਨੂੰ ਪੁੱਛ ਲਓ। ਕਹਿੰਦੇ ਜੀ ਇਹਦੇ ਵਿਚਾਰਾ ਆਪ ਮੁੱਧੜੇ ਮੂੰਹ ਪਿਆ ਏ, ਇਹਨੇ ਕੀ ਦੱਸਣਾ ਹੈ? ਕਹਿੰਦੇ ਇਹੋ ਹੀ ਚੱਕਰ। ਕਹਿੰਦੇ ਇਹਦੀਆਂ ਜੜ੍ਹਾਂ ਪੁੱਟੀਆਂ ਗਈਆਂ ਏ, ਅਜੇ ਵੀ ਇਹਦੀਆਂ ਟਾਹਣੀਆਂ ਪੱਤੇ ਹਰੇ ਆ, ਜਾਣੀ ਇਹ ਚੀਜ਼ ਦੱਸ ਰਿਹਾ ਕਿ ਮੈਂ ਗੁਰੂ ਤੋਂ ਟੁੱਟ ਰਿਹਾ ਏ, ਮੇਰੇ ਤੋਂ ਕਰਮ ਹੋ ਚੁੱਕਾ ਮਾੜਾ, ਪਰ ਅਜੇ ਮੈਨੂੰ ਪਤਾ ਨਹੀਂ ਲੱਗਣਾ। ਥੋੜੇ ਦਿਨ ਬਾਅਦ ਉਹ ਸਮਾਂ ਆਉਣਾ ਜਦੋਂ ਮੈਂ ਸਾਰੇ ਸੁੱਕ ਜਾਣਾ। ਕਈ ਵਾਰੀ ਜ਼ਿੰਦਗੀ ਚੱਲਦੀ 'ਚ ਬੰਦੇ ਤੋਂ ਗਲਤੀ ਹੋ ਜਾਂਦੀ ਪਰ ਉਹਨੂੰ ਪਤਾ ਨਹੀਂ ਲੱਗਦਾ। ਤੇ ਪਤਾ ਉਦੋਂ ਲੱਗਦਾ ਜਦੋਂ ਥੋੜਾ ਜਿਹਾ ਸਮਾਂ ਬਤੀਤ ਹੁੰਦਾ, ਜਦੋਂ ਫਿਰ ਚੀਕ ਪੈਂਦੀ। ਆਖੋ ਸਤਿਨਾਮ ਵਾਹਿਗੁਰੂ। ਅੱਜ ਗਲਤੀ ਕਰ ਲਓ, ਛੇਤੀ ਕੀਤਿਆਂ ਨਹੀਂ ਪਤਾ ਲੱਗਣੀ, ਥੋੜਾ ਜਿਹਾ ਟਾਈਮ ਪਊਗਾ। ਕੋਈ ਵੀ ਬੀਜ ਬੀਜੋ ਤੇ ਉਹਨੂੰ ਟਾਈਮ ਲੱਗਦਾ। ਤੋ ਇਸ ਕਰਕੇ ਭਾਗਾਂ ਵਾਲੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਦੀ ਨਿਸ਼ਾਨੀ ਇਹ ਖੇਡਾਂ ਵਾਪਰਦੀਆਂ ਏ। ਜਿੰਨਾ ਵੀ ਸਿਮਰਨ ਬੰਦਗੀ ਕਰੋ, ਵਾਹਿਗੁਰੂ 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 ਬੜੀ ਗੰਭੀਰ ਹੈ। ਹਰ ਬੰਦਾ ਗਲਤੀਆਂ ਕਰੀ ਜਾਂਦਾ ਲੇਕਿਨ ਚੇਤਾ ਨਹੀਂ ਰੱਖਦਾ। ਉਹ ਗਲਤੀ ਜਦੋਂ ਕਰਮ ਬਣਦੀ ਹੈ ਤੇ ਫਿਰ ਅਸੀਂ ਭੱਜੇ ਆਉਣੇ, ਬਾਬਾ ਜੀ ਅਰਦਾਸ ਕਰੋ, ਬਾਬਾ ਜੀ ਮੈਨੂੰ ਬਚਾ ਲਓ। ਮਹਾਰਾਜ ਕਹਿੰਦੇ ਜਿੱਦਣ ਕੀਤਾ ਸੀ ਉਦਣ ਪਤਾ ਨਹੀਂ ਲੱਗਾ, ਉਦਣ ਫਟਾਫਟ ਕਰ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਣੀ ਨੂੰ ਅਣਹੋਣੀ ਕੀਤਾ। ਭਾਵ ਤੁਲਸਾ ਨੂੰ ਤਿੰਨਾਂ ਲੋਕਾਂ ਦਾ ਗਿਆਨ ਸੀ, ਪਰ ਮਹਾਰਾਜ ਨੇ ਉਸ ਗਿਆਨ ਦੇ ਉੱਤੇ ਪਰਦਾ ਪਾਤਾ। ਮਹਾਰਾਜ ਨੂੰ ਪਤਾ ਸੀ ਵੀ ਇਹਨੇ ਮਰਜ਼ਾਦਾ ਭੰਗ ਕਰ ਦੇਣੀ ਪਰਮੇਸ਼ਰ ਦੀ, ਇਸ ਕਰਕੇ ਉਹਨੂੰ ਕਮਲੀ ਕਰਤਾ। ਇੰਨੀ ਵੀ ਜ਼ਿਆਦੀ ਨਹੀਂ ਕੀਤਾ, ਆਪਣੇ ਸਰੀਰ ਦੀ ਸੂਝ ਸੀ, ਕਿਰਿਆ ਕਰ ਲੈਂਦੀ ਸੀ, ਜਲ ਪਾਣੀ ਛਕ ਲੈਂਦੀ ਸੀ, ਪਰ ਜਿਹੜੀ ਪਾਵਰਫੁੱਲ ਮਿਲੀ ਸੀ ਨਾ, ਉਹਨੂੰ ਵਰਤਣ ਵਾਲੀ ਜਿਹੜੀ ਪੁਆਇੰਟ ਸੀ ਉਹਨੂੰ ਪੁੱਟਤਾ। ਹੁਣ ਸਪੀਕਰ ਚੱਲਦਾ ਇਹਦੇ 'ਚ ਮੇਨ ਆ ਈਗੋ, ਕੱਲੀ ਈਗੋ ਦੀ ਤਾਰ ਪੁੱਟ ਦਿਓ, ਸਾਰਾ ਕਨੈਕਸ਼ਨ ਖਤਮ ਹੋ ਜਾਣਾ। ਇੱਕ ਗ੍ਰਿਪ ਦਾ ਫਿਊਜ਼ ਉੱਡ ਜੇ ਸਾਰੀ ਲਾਈਟ ਖਤਮ ਹੋ ਜਾਣੀ। ਰੱਬ ਵੀ ਜਦੋਂ ਬੰਦੇ ਨੂੰ ਉਹਨੇ ਬਚਾਉਣਾ ਹੁੰਦਾ ਜਾਂ ਪਰੇਸ਼ਾਨ ਕਰਨਾ, ਇੱਕ ਫਿਊਜ਼ ਹੀ ਛੇੜਦਾ, ਮੁੜ ਕੇ ਸਾਰਾ ਸਿਸਟਮ ਹੀ ਵਿਗੜ ਜਾਂਦਾ। ਕਈ ਵਾਰੀ ਘਰ ਇੰਨਾ ਸੋਹਣਾ ਜੁੜਿਆ ਹੁੰਦਾ, ਐਡੀ ਕਿਰਪਾ ਹੁੰਦੀ, ਇੱਕ ਅੱਧਾ ਜੀ ਇੱਦਾਂ ਦਾ ਰੱਬ ਵਿੱਚ ਭੇਜਦਾ ਜਿਹੜਾ ਸਾਰੀ ਤਬਾਹੀ ਮਚਾ ਕੇ ਰੱਖ ਦਿੰਦਾ। ਡੱਬੀ ਦੀ ਤੀਲ ਮਹਾਂਪੁਰਖ ਕਹਿੰਦੇ ਇੱਕੋ ਵੜੀ ਹੈ, ਕਾਗਜ਼ਾਂ ਦਾ ਕਮਰਾ ਭਰ ਦੋ। ਉਹ ਕਮਰੇ ਭਰਨ ਨੂੰ 5 ਸਾਲ ਲੱਗੇ, ਇੱਕ ਇੱਕ ਕਾਗਜ਼ ਕਰਕੇ, ਤੇ ਤੀਲ ਨੇ 5 ਮਿੰਟਾਂ 'ਚ ਸਵਾਰ ਕਰਤਾ। ਆਓ ਪਿਆਰਿਓ, ਭਾਈ ਬਾਲਾ ਜੀ ਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਅੱਗੇ ਚੱਲ, ਫਿਰ ਕੀ ਕਥਾ ਹੋਈ, ਬੇੜਾ ਬੰਨੇ ਲੱਗਾ, ਤੁਲਸਾਂ ਦਾ ਭਲਾ ਹੋਇਆ। ਤੇ ਅੱਗੇ ਫਿਰ ਕੀ ਹੋਇਆ, ਜਲਦੀ ਸੁਣਾਉਣਾ ਕਰੋ ਮਹਾਰਾਜ, ਫਿਰ ਸੁਣੋ, ਸਰਵਣ ਕਰੋ। ਭਾਈ ਬਾਲਾ ਜੀ ਸੁਣਾਉਣ ਲੱਗੇ ਤੇ ਮਹਾਰਾਜ ਸੁਣਨਾ ਕਰਦੇ ਹਨ। ਧਨੀ ਲੋਕ ਜੈ ਬਸਤ ਪਰ, ਬਹੁ ਸੁੰਦਰ ਜੈ ਰਚੇ ਬਜਾਰ। ਕਹਿੰਦੇ ਹਨ ਕਿ ਉਹ ਜਿਹੜਾ ਜਹਾਜ਼ ਸੀ ਮਨ ਸੁਖ ਦਾ, ਫਿਰ ਸੰਗਲਾ ਦੀਪ ਪਹੁੰਚ ਗਿਆ। ਕਹਿੰਦੇ ਹਾਂ ਮਹਾਰਾਜ, ਫਿਰ ਕੰਢੇ ਲੱਗਾ ਤੇ ਉਤਰਿਆ। ਜਦੋਂ ਉਤਰਿਆ ਤੇ ਬਹੁਤ ਵੱਡਾ ਸ਼ਹਿਰ ਹੈ ਸੰਗਲਾ ਦੀਪ, ਉਹਦੇ ਵਿੱਚ ਜਦੋਂ ਉਹਨੇ ਉਤਾਰਾ ਕੀਤਾ ਤੇ ਧਨੀ ਲੋਕ ਜੇ ਵਸਿਆ ਪਾਰਾ। ਕਹਿੰਦੇ ਵੱਡੇ ਵੱਡੇ ਲੋਕ ਉਸ ਸ਼ਹਿਰ ਦੇ ਵਿੱਚ ਵਸਦੇ ਹਨ। ਜਿੱਦਾਂ ਆਪਾਂ ਵਿਦੇਸ਼ਾਂ 'ਚ ਜਾਂਦੇ ਹਾਂ,
ਏਅਰਪੋਰਟ ਤੋਂ ਉਤਰ ਕੇ ਐਡੀਆਂ ਐਡੀਆਂ ਬਿਲਡਿੰਗਾਂ ਕਿ ਬੰਦੇ ਦੀ ਪੱਗ ਵੀ ਪਿਛਾਂਹ ਨੂੰ ਲੈ ਜਾਂਦੀ ਉੱਚੀਆਂ। ਇਸ ਕਰਕੇ ਉਹ ਵੱਡਾ ਸ਼ਹਿਰ ਹੈ। ਕਵੀ ਜੀ ਕਹਿੰਦੇ ਉੱਥੇ ਬੜੇ ਪੈਸੇ ਵਾਲੇ ਲੋਕ ਵਸਦੇ ਹਨ। ਮਨ ਸੁਖ ਲਈ ਬਨਿਜ ਨਿਜ ਸਗਰਾ, ਪ੍ਰਾਪਤ ਭਇਓ ਜਾਏ ਤਹਿ ਨਗਰ। ਕਹਿੰਦੇ ਭਾਈ ਮਨ ਸੁਖ ਜੀ ਵਣਜ ਵਪਾਰੀ ਸੀ, ਬਹੁਤ ਵੱਡੇ ਸੁਦਾਗਰ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੇ 'ਚ ਵੀ ਕਈ ਪਰਿਵਾਰ ਹੈ ਜਿਨ੍ਹਾਂ ਦੇ ਵਿਦੇਸ਼ਾਂ 'ਚ ਕਾਰੋਬਾਰ ਚੱਲਦੇ ਆ, ਬੱਚਿਆਂ ਨੇ ਚਲਾਏ ਹੈ। ਇਸੇ ਤਰ੍ਹਾਂ ਗੁਰੂ ਨਾਨਕ ਜੀ ਦਾ ਕਾਰੋਬਾਰ ਚਲਾਉਂਦਾ, ਉਹਨੇ ਆਪ ਵੀ ਚਲਾਉਣਾ। ਤੇ ਜੇ ਮੈਂ ਤੇਰਾ ਵੇਖ ਕੇ ਸੜੀ ਜਾਵਾਂ ਤੇ ਮਹਾਰਾਜ ਨੇ ਕਹਿਣਾ ਤੇਰੇ ਕਰਮ ਹੀ ਮਾੜੇ, ਤੂੰ ਸੜੀ ਜਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਕਈ ਬੰਦਿਆਂ ਦੇ ਮੂੰਹੋਂ ਮੈਂ ਸੁਣਿਆ, ਆਪਾਂ ਕਹਿੰਦੇ ਲੈ ਰੱਬਾ ਫਲਾਣੇ ਨੂੰ ਇੰਨਾ ਦਿੱਤਾ, ਥੋੜਾ ਜਿਹਾ ਸਾਨੂੰ ਵਿੱਚੋਂ ਦੇ ਦਿੰਦਾ। ਜੇ ਕਿਸੇ ਦਾ 200 ਕਿੱਲਾ ਤੇ ਮੈਨੂੰ ਵਿੱਚੋਂ 5 ਕਿੱਲੇ ਮਾਰੇ ਕਹਿੰਦੇ ਦੇ ਦਿੰਦੇ ਤੈਨੂੰ। ਪਾਠ ਕਰਨ ਲੱਗਿਆ ਤੇ ਤੈਨੂੰ ਹਨੇਰਾ ਦਿਸਦਾ, ਸੇਵਾ ਕਰਨ ਲੱਗਿਆ ਤੈਨੂੰ ਗੱਲਾਂ ਆਉਂਦੀਆਂ। ਜਦੋਂ ਸ਼ਰਧਾ ਦੀ ਗੱਲ ਤੇ ਗੱਪ ਵੜਦਾ ਏ, ਉਹਨੇ ਕਮਾਈ ਕੀਤੀ ਆ, ਉਹਨੇ ਤਪੱਸਿਆ ਕੀਤੀ, ਇਸ ਕਰਕੇ ਉਹਦੇ ਤੇ ਰੱਬ ਖੁਸ਼ ਹੋਇਆ ਹੈ। ਤੇ ਉਹਨੇ ਉਹਨੂੰ ਕੀ ਦਿੱਤਾ? ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ। ਉਹਨੇ ਕਮਾਈ ਕੀਤੀ ਤੇ ਰੱਬ ਨੇ ਢੇਰ ਲਾਤੇ ਰਿਜ਼ਕ ਦੇ, ਤੂੰ ਵੀ ਕਰ ਤੈਨੂੰ ਵੀ ਮਿਲੂਗਾ। ਤੇ ਮਹਾਰਾਜ ਨੇ ਆਖਿਆ ਨਾ ਨਾਮ ਜਪੋ ਜੀ ਐਸੇ ਐਸੇ ਅੱਗੇ ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ। ਧਰੂ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਧਰੂ ਆਪਣੇ ਪਿਤਾ ਦੀ ਗੋਦੀ 'ਚ ਬੈਠਾ ਸੀ ਤੇ ਮਤਰੇਈ ਮਾਂ ਨੇ ਚਪੇੜ ਮਾਰ ਕੇ ਥੱਲੇ ਲਾ ਦਿੱਤਾ। ਵਗ ਜਾ ਕਹਿੰਦਾ ਮੇਰਾ ਪਾਪਾ ਏ, ਕਹਿੰਦੀ ਜੇ ਇਹਦੀ ਗੋਦੀ 'ਚ ਬਹਿਣਾ ਤੇ ਮੇਰੇ ਪੇਟੋਂ ਜੰਮਦਾ। ਸਿੱਧਾ ਆਪਣੀ ਮਾਂ ਕੋਲੇ ਗਿਆ, ਕਹਿੰਦੇ ਮਾਂ ਮੈਨੂੰ ਸੱਚ ਦੱਸੀ, ਤੂੰ ਰਾਣੀ ਆ ਕਿ ਗੋਲੀ ਆ? ਕਹਿੰਦੀ ਪੁੱਤ ਹੈਗੀ ਤੇ ਰਾਣੀ ਆ, ਪਰ ਉਹ ਜਿਹੜੀ ਬਾਅਦ 'ਚ ਆਈ ਹੈ ਨਾ, ਉਹ ਤੋਂ ਉਹਦੀ ਭਗਤੀ ਮੇਰੇ ਤੋਂ ਵੱਧ ਆ, ਕਿਉਂਕਿ ਉਹ ਸੋਹਣੀ ਮੇਰੇ ਤੋਂ ਜ਼ਿਆਦੀ ਹੈ, ਉਹਦਾ ਮਸਤਕ ਤੇਜ ਹੈ, ਇਸ ਕਰਕੇ ਉਹਨੂੰ 1 ਨੰਬਰ ਮਿਲ ਗਿਆ ਤੇ ਮੈਨੂੰ ਪਿੱਛੇ ਨੂੰ ਹੋਣਾ ਪਿਆ। ਕਿਤੇ ਧਰੂ ਦੀ ਉਮਰ ਛੋਟੀ ਸੀ, ਕਹਿੰਦੇ ਮਾਂ ਭਗਤੀ ਕੀ ਹੁੰਦੀ ਆ? ਉਹਨੇ ਕਿਹਾ ਨਾ ਕਿ ਉਹਦੀ ਭਗਤੀ ਮੇਰੇ ਤੋਂ ਜ਼ਿਆਦੀ ਆ, ਇਸ ਕਰਕੇ ਉਹ ਕਹਿੰਦੇ ਭਗਤੀ ਕੀ ਹੁੰਦੀ? ਕਹਿੰਦੇ ਪਰਮੇਸ਼ਰ ਦਾ ਸਿਮਰਨ ਜਿੰਨਾ ਕੋਈ ਵੱਧ ਕਰੂ, ਜਿੰਨੀ ਸੇਵਾ ਵੱਧ ਕਰੂ, ਉਹਨੂੰ ਓਡਾ ਵੱਡਾ ਸੁੱਖ ਮਿਲਦਾ। ਤੇ ਧਰੂ ਨੇ ਆਖਿਆ ਚੰਗਾ ਫਿਰ ਬੀਬੀ ਆਪਾਂ ਚੱਲਦੇ ਟਾਈਮ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਨੇ ਤੁਹਾਨੂੰ ਸਿੱਖਿਆ ਦਿੱਤੀ ਵੀ ਜੇ ਨਾਮ ਜਪਣਾ ਤੇ ਇਹਨਾਂ ਤੋਂ ਪੁੱਛ ਲਓ, ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ। ਜਪਜੀ ਸਾਹਿਬ ਦਾ ਪਾਠੀ ਕਰਦਾ ਤੇ 15 ਵਾਰੀ ਤੂੰ ਉੱਠ ਕੇ ਗਿਆ ਵਾ ਹੈ। ਅਸੀਂ ਗੁਰੂ ਨੂੰ ਸਭ ਕੁਝ ਸੁਣਾਈ ਜਾਂਦੇ ਆ, ਮੇਰੇ ਪੁੱਤ ਦੇ ਦੇ, ਮੇਰੇ ਘਰ ਬਣ ਜਾਣ, ਮੈਂ ਪੱਕਾ ਹੋ ਜਾ, ਮੇਰੇ ਮੁੰਡੇ ਵਿਆਹੇ ਜਾਣ। ਤੇ ਮਾਰੇ ਕਹਿੰਦੇ ਮੈਨੂੰ ਕਿੰਨਾ ਕੁ ਸੁਣਿਆ ਹੈ? ਗੁਰਦੁਆਰਾ ਬਣਿਆ ਵਾ, ਪਾਠੀ ਸਿੰਘ ਉੱਥੇ ਨਿਤਨੇਮ ਕਰਦਾ, ਜਪਜੀ ਸਾਹਿਬ ਦਾ ਪੂਰਾ ਤੂੰ ਸੁਣਦਾ ਨਹੀਂ ਕਦੇ, ਭਜਦਾ ਏ। ਇਸੇ ਤਰ੍ਹਾਂ ਧਰੂ ਨੇ ਆਖਿਆ ਮਾਂ ਭਗਤੀ ਕਰੀਏ ਫਿਰ। ਕਹਿੰਦੇ ਪੁੱਤ ਭਗਤੀ ਨਹੀਂ ਹੋਣੀ ਤੇਰੇ ਤੋਂ, ਉਹ ਜੰਗਲਾਂ 'ਚ ਸ਼ੇਰ ਹੈ, ਉੱਥੇ ਬੜੇ ਬੜੇ ਜਾਨਵਰ ਹੈ। ਕਹਿੰਦੇ ਮਾਂ ਇਹੋ ਜਿਹੀ ਜ਼ਿੰਦਗੀ ਨਾਲੋਂ ਤੇ ਫਿਰ ਸ਼ੇਰ ਹੀ ਖਾ ਜਾਣ। ਤੇ ਜਦੋਂ ਕਿਸੇ ਨੇ ਫੜ ਕੇ ਠਾ ਹੀ ਦਿੱਤਾ ਗੋਦੀ 'ਚੋਂ, ਪੱਲੇ ਕੀ ਰਹਿ ਗਿਆ? ਬਸ ਫਿਰ ਤੁਰ ਪਿਆ ਸੀ। ਅਜੇ ਤੁਰਿਆ ਤੇ ਰਾਜਾ ਕਹਿੰਦਾ ਅੱਧਾ ਰਾਜ ਭਾਗ, ਕਹਿੰਦਾ ਭੱਜ ਇੱਥੋਂ। ਹੋਰ 20 ਕਦਮ ਗਿਆ, ਕਹਿੰਦਾ ਪੁੱਤ ਹੌਲ ਪੈਂਦਾ, ਮੈਨੂੰ ਸਾਰਾ ਹੀ ਲੈ ਲਾ। ਕਹਿੰਦੇ ਵਾਹ ਮਾਤਾ ਤੇਰਾ ਭਲਾ ਹੋਵੇ, ਭਗਤੀ ਏਦਾਂ ਦੀ ਚੀਜ਼ ਹੈ ਵੀ ਅਜੇ ਤੇ ਮੈਂ ਕਰਨੀ ਆ, ਮੈਂ ਤੁਰਿਆ ਹੀ ਆ ਤੇ ਰਾਜ ਮਗਰੇ ਆ ਗਏ, ਜਦੋਂ ਕਰ ਲਈ ਉਦੋਂ ਕੀ ਬਣੂਗਾ? ਇਸ ਕਰਕੇ ਤੁਸੀਂ ਬਹੁਤ ਭਾਗਾਂ ਵਾਲੀਆਂ ਮੇਰੀਆਂ ਭੈਣਾਂ ਵੀਰ ਬਜ਼ੁਰਗ, ਤੁਹਾਡਾ ਤਾਪ ਤੇਜ ਹੈ ਜਿਹੜਾ ਤੁਸੀਂ ਰੋਜ਼ ਆ ਕੇ ਇੱਥੇ ਬਹਿ ਜਾਂਦੇ। ਸਮਾਂ ਇਦਾਂ ਦਾ ਚੱਲਣ ਦਿਆ, ਪਤਾ ਨਹੀਂ ਕਿਉਂ 5 ਮਿੰਟ ਗੁਰੂ ਕੋ ਬਈਏ ਤੇ ਅੰਦਰ ਇਦਾਂ ਕਹਿੰਦਾ ਭਾਜਾ ਉੱਠ ਕੇ। ਇਹ ਸੱਚਾਈ ਹੈ। ਘਰੇ ਵੀ ਤੁਸੀਂ ਬਾਣੀ ਲਾ ਲਓ, ਕੀਰਤਨ TV 'ਚ, ਇਹ ਰੱਬ ਵੱਲੋਂ ਹੀ ਕੋਈ ਖੇਡ ਆ। ਜਾਂ ਪੋਥੀ ਖੋਲ੍ਹ ਲਓ, ਵਾਸੀਆਂ ਆਉਣ ਲੱਗ ਪੈਣੀਆਂ, ਨੀਂਦ ਆਉਣ ਲੱਗ ਪੈਣੀ ਸਰੀਰ। ਇਹ ਕੋਈ ਮੂਵੀ ਲਾ ਲਓ ਭਾਵੇਂ ਰਾਤ ਦੇ 2 ਵਜੇ ਤਾਈਂ, ਵੇਖੋ ਕੁਛ ਨਹੀਂ ਹੋਊਗਾ। ਇਹ ਸੱਚਾਈ ਹੈ। ਇਹ ਤਾਂ ਤੁਹਾਡਾ ਕੋਈ ਕਰਮ ਸਾਥ ਦੇਈ ਜਾਂਦਾ ਆਪਣਾ ਸਾਰਿਆਂ ਦਾ ਵੀ। ਗੁਰੂ ਸਾਹਿਬ ਪਤਾ ਨਹੀਂ ਕਿੰਨੇ ਕੁ ਖੁਸ਼ ਆ ਜਿਹੜੇ ਤੁਹਾਨੂੰ ਰੋਜ਼ 60-70 ਮਿੰਟ ਆਪਣੀ ਗੋਦੀ ਦਾ ਨਿੱਘ ਦਿੰਦੇ ਆ। ਨਹੀਂ ਤੇ ਬੜਾ ਔਖਾ ਪਿਆਰਿਓ ਪਿਆਰੇ ਕੋਲ ਬੈਠਣਾ। ਇਸ ਕਰਕੇ ਉਸ ਸ਼ਹਿਰ ਦੇ ਵਿੱਚ ਭਾਈ ਮਨ ਸੁਖ ਜੀ ਪਹੁੰਚ ਗਏ। ਵੱਡੇ ਵੱਡੇ ਲੋਕ ਤੇ ਵੱਡੇ ਵਪਾਰ ਵਾਸਤੇ। ਤੋ ਜਹਾਂ ਸ਼ਿਵ ਨਾਭ ਭੁਆਲਾ, ਕਰਮ ਧਰਮ ਮੈਂ ਚਲਤ ਵਿਸਾਲਾ। ਕਹਿੰਦੇ ਗੁਰੂ ਅੰਗਦ ਸਾਹਿਬ ਜੀ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉੱਥੇ ਇੱਕ ਰਾਜਾ ਹੈ ਉੱਥੋਂ ਦਾ, ਸੰਗਲਾ ਦੀਪ ਦਾ, ਉਹਦਾ ਨਾਂ ਹੈ ਸ਼ਿਵਨਾਭ।
ਤੇ ਕਹਿੰਦੇ ਉਹ ਕਰਮ ਤੇ ਧਰਮ ਨੂੰ ਬੜਾ ਮੰਨਦਾ ਨੇੜੇ, ਭਾਵ ਉਹ ਬਹੁਤ ਕੱਟੜ ਸੀ ਆਪਣੇ ਧਰਮ 'ਚ। ਵੀ ਭਾਵ ਇੱਦਾਂ ਦੇ ਜਿਹੜੇ ਰਾਜੇ ਹੁੰਦੇ ਵੀ ਸ਼ਰਧਾ ਵਾਲਾ ਕਹਿ ਲਓ, ਵੀ ਕਿਸੇ ਤੇ ਵੀ ਹੋਵੇ ਉਹਦੀ ਸ਼ਰਧਾ ਬੜੀ ਸੀ, ਪਰ ਸ਼ਰਧਾ ਸੀ ਅੰਨੀ ਸ਼ਰਧਾ ਨਾ ਰੱਬ ਕਰਕੇ ਕਿਸੇ ਦੀ ਹੋਵੇ। ਅੰਨੀ ਸ਼ਰਧਾ ਵੀ ਲੈ ਬਹਿੰਦੀ ਆ। ਅੰਨੀ ਸ਼ਰਧਾ ਉਹ ਆ ਵੀ ਪਿੱਪਲ ਨੂੰ ਹੀ ਪੂਜੀ ਜਾਣਾ, ਉਹਨੂੰ ਰੱਬ ਮੰਨ ਲੈਣਾ, ਪੱਥਰ ਨੂੰ ਮੰਨ ਲੈਣਾ, ਜਾਂ ਕਿਸੇ ਇੱਟਾਂ ਨੂੰ ਮੰਨ ਲੈਣਾ, ਉਹਨੂੰ ਕਹਿੰਦੇ ਅੰਨੀ ਸ਼ਰਧਾ। ਮਾਰੇ ਕਹਿੰਦੇ ਇੰਨੀ ਵੀ ਨਹੀਂ ਸ਼ਰਧਾਵਾਨ ਹੋ ਜੀ ਵੀ ਕੋਈ ਤੇਰਾ ਸਿਰ ਮੁੰਨ ਕੇ ਲੈ ਜੇ ਤੇ ਤੂੰ ਉਹਦੇ ਅੱਗੇ ਸਿਰ ਰੱਖ ਛੱਡੇ। ਐਸੀ ਅੰਨੀ ਸ਼ਰਧਾ ਦੇ ਵਿੱਚ ਉਹ ਰਾਜਾ ਭਿੱਜਾ ਹੈ। ਸਾਲ ਗ੍ਰਾਮ ਉਪਾਸਨ ਰੱਖੇ, ਬ੍ਰਤ ਕਾਦਸ਼ੀ ਕਰ ਅਬਿਲਖੈ। ਕਹਿੰਦੇ ਉਹਨੇ 1 ਸਾਲ ਗ੍ਰਾਮ ਪੱਥਰ ਰੱਖਿਆ, ਇਕਾਦਸ਼ੀ ਦਾ ਵਰਤ ਰੱਖਦਾ ਪੱਕਾ, ਜਿੱਦਾਂ ਬੀਬੀਆਂ ਰੱਖਦੀਆਂ। ਤੋ ਬੜੀ ਭਾਵਨਾ ਹੈ ਉਹਦੇ ਉੱਤੇ, ਬੜਾ ਨਿਸ਼ਚਾ ਹੈ। ਸਰਬ ਨਗਰ ਨਰ ਰਹਿਤ ਅਨਸਨਾ, ਤਹਿ ਦਿਨ ਕੋਈ ਨ ਕਰਹੀ ਅਸਨਾ। ਕਹਿੰਦੇ ਹਨ ਕਿ ਜਿਹੜੇ ਦੇਸ਼ ਦੇ ਰਾਜੇ ਧਰਮੀ ਹੋਣ, ਉਹਦੀ ਪ੍ਰਜਾ ਵੀ ਧਰਮੀ ਹੁੰਦੀ ਹੈ। ਇਸ ਕਰਕੇ ਉਹ ਰਾਜੇ ਨੇ ਸਾਰੇ ਲੋਕਾਂ ਨੂੰ ਉਸ ਪਾਸੇ ਲਾਇਆ। ਬਾਬ ਜਿੱਦਣ ਇਕਾਦਸ਼ੀ ਹੁੰਦੀ ਸੀ, ਪ੍ਰਸ਼ਾਦਾ ਨਹੀਂ ਸੀ ਪਕਾਉਂਦਾ, ਇੱਕ ਦਿਨ ਵੀ ਪ੍ਰਸ਼ਾਦਾ ਨਹੀਂ ਸੀ ਪਕਾਉਂਦਾ, ਤੇ ਸਾਰਾ ਉਹਦਾ ਜਿੰਨੇ ਵੀ ਨੌਕਰ ਚਾਕਰ ਸੀ ਕੋਈ ਵੀ ਪ੍ਰਸ਼ਾਦਾ ਨਹੀਂ ਸੀ ਸਕਦਾ। ਤੋ ਇਸ ਕਰਕੇ ਆਪਣੇ ਨੇਮ ਪ੍ਰੇਮ ਦੇ ਵਿੱਚ ਪੱਕਾ ਸੀ, ਤੇ ਉਸ ਮਰਜ਼ਾਦਾ ਨੂੰ ਉਹਨੇ ਸਾਰੇ ਘਰ ਘਰ ਦੇ ਵਿੱਚ ਦ੍ਰਿੜ ਕਰਾਇਆ ਵੀ ਜਿਹੜਾ ਇਸ ਦਿਨ ਨਾ ਆਇਆ ਤੇ ਫਿਰ ਜੁਰਮਾਨਾ ਹੁੰਦਾ ਸੀ। ਜਿੱਦਾਂ ਵਿਦੇਸ਼ਾਂ ਵਿੱਚ ਹੈ ਨਾ, ਉੱਥੇ ਸਿਸਟਮ ਹੀ ਹੈ, ਹੋਰ ਕੀ ਹੈ। ਪੰਜਾਬ ਵਰਗੀ ਧਰਤੀ ਕੋਈ ਨਹੀਂ, ਅਮਰੀਕਾ ਕੈਨੇਡਾ ਕੀ ਹੈ, ਉੱਥੇ ਸਿਸਟਮ। ਗਲਤੀ ਕਰੋ, ਕਿਸੇ ਨੇ ਤੁਹਾਨੂੰ ਗਾਲ ਨਹੀਂ ਕੱਢਣੀ, ਤੁਹਾਡੇ ਡੰਡਾ ਨਹੀਂ ਮਾਰਨਾ, ਤੁਹਾਡੀ ਗੱਡੀ ਨਹੀਂ ਰੋਕਣੀ। ਪਤਾ ਉਦੋਂ ਲੱਗਣਾ ਜਦੋਂ ਸ਼ਾਮਾਂ ਨੂੰ ਘਰੇ ਪਰਚੀ ਆ, ਨਾਲ ਹੀ ਵੀਡੀਓ ਆ ਜਾਣੀ ਵੀ ਪੁੱਤ ਆਹ ਗਲਤੀ ਕੀਤੀ, ਇੰਨੇ 1000 ਪਾਉਂਡ ਪੈ ਗਿਆ, ਤੇ ਜਦੋਂ ਦੇਣ ਗਿਆ ਆਪੇ ਅਕਲ ਆ ਜਾਣੀ, ਉਹਦੇ ਕੋਲ ਕੰਮ ਕੇ ਉੱਠੂਗਾ। ਇਸੇ ਤਰ੍ਹਾਂ ਗੁਰੂ ਦੀ ਭਾਵਨੀ ਹੈ, ਪਿਆਰ ਹੈ ਇੱਕ। ਹੁਣ ਉੱਥੇ ਡਰ ਹੈ ਸਾਰਿਆਂ ਨੂੰ, ਰਾਜਿਆਂ ਨੂੰ, ਮੰਤਰੀਆਂ ਨੂੰ, ਤੁਹਾਨੂੰ ਉੱਥੇ ਕਾਨੂੰਨ ਤੋਂ ਸਭ ਬੰਦਾ ਕੰਬਦਾ, ਤੇ ਕਾਨੂੰਨ ਕੀ ਹੈ? ਰੱਬ। ਹੁਣ ਮੰਨ ਲਓ ਉੱਥੇ ਦੁਕਾਨ ਦੇ ਵਿੱਚ ਕੇਲੇ ਪਏ ਹੈ, ਕੰਡਾ ਪਿਆ ਏ, ਉੱਥੇ ਕੋਈ ਵੇਚਣ ਵਾਲਾ ਨਹੀਂ, ਉਹ ਤੁਸੀਂ ਆਪੇ ਪੈਸੇ ਪਾਉਣੇ, ਉਹਨੇ ਲੈ ਜਾਣੇ। ਇਹ ਕੀ ਹੈ? ਧਰਮ। ਤੇ ਸਾਡੇ ਗੁਰੂ ਘਰ 'ਚ ਵੀ 5 ਪਹਿਰੇਦਾਰ ਤੇ 6 ਕੈਮਰੇ ਲੱਗੇ, ਤਾਂ ਵੀ ਅਗਲੇ ਪਤਾ ਨਹੀਂ ਕਿੱਧਰ ਦੀ ਆ ਜਾਂਦੇ ਆ ਹੈ। ਇਸ ਕਰਕੇ ਰੱਬ ਦਾ ਨਾਂ ਆਪਾਂ ਜਪਦੇ ਹਾਂ, ਤੇ ਮੈਨੂੰ ਲੱਗਦਾ ਰਹਿੰਦਾ ਉੱਥੇ ਹੈ ਕਿਤੇ। ਮਰਜ਼ਾਦਾ ਦਾ ਨਾਂ ਰੱਬ ਹੈ, ਕਾਨੂੰਨ ਦਾ ਨਾਂ ਰੱਬ ਹੈ। ਜੇ ਬੰਦਾ ਥਾਣੇ ਵਿੱਚ ਬੈਠਾ ਨਾ, ਉਹ ਰੱਬ ਕਿਉਂ ਹੈ? ਕਿਉਂਕਿ ਤੁਸੀਂ ਰਿਪੋਰਟ ਨਹੀਂ ਲਿਖਾਉਣੀ, ਤੁਸੀਂ ਉੱਥੇ ਜਾਣਾ ਨਹੀਂ ਹੈ, ਸਿਰਫ ਇੱਕ ਨੰਬਰ ਡਾਇਲ ਕਰਨਾ ਹੈ, 7 ਮਿੰਟਾਂ ਤੋਂ ਪਹਿਲਾਂ ਪੁਲਿਸ ਤੁਹਾਡੇ ਕੋਲ। ਤੇ ਸਾਡੇ ਪਹਿਲੋਂ ਤੁਹਾਨੂੰ ਥਾਣੇ ਜਾਣਾ ਪੈਣਾ, ਉੱਥੇ ਜਾ ਕੇ ਤੁਹਾਨੂੰ ਪੁੱਛਣਾ ਪੈਣਾ ਵਾ 3 ਤੋਂ। ਉਹਨਾਂ ਕਹਿਣਾ ਅਫਸਰ ਚਾਹ ਪੀਂਦੇ ਆ, ਅਫਸਰ ਮੀਟਿੰਗ 'ਚ ਗਏ ਆ, ਅਫਸਰ ਜਿਹੜੇ ਉਹ ਬੀਜੀ ਆ। ਫਿਰ ਉਹਨਾਂ ਕਹਿਣਾ ਲਿਖਾਓ ਰਿਪੋਰਟ, ਉਹ ਰਿਪੋਰਟ 'ਤੇ 1.5-2 ਘੰਟੇ ਖਰਾਬ ਕਰਦੇ ਨੇ। ਫਿਰ ਕਹਿਣਾ ਸਾਹਿਬ ਆਉਣਗੇ, ਤੇ ਫਿਰ ਉਹ 4-5 ਦਿਨ ਰਿਪੋਰਟ ਲਿਖਾਈ ਨੂੰ ਹੋ ਗਏ, ਕੋਈ ਬੰਦਾ ਨਹੀਂ ਆਇਆ। ਇੰਨੇ ਚਿਰ ਨੂੰ ਤੇ ਬੰਦਾ ਮਾਰ ਕੇ ਸੰਸਕਾਰ ਕਰਕੇ ਭੋਗ ਵੀ ਪੈ ਜਾਂਦਾ। ਤੇ ਫਿਰ ਪਤਾ ਕੀਤਾ ਵੀ ਰਿਪੋਰਟ ਲਿਖਾਈ, ਪੁਲਿਸ ਨਹੀਂ ਆਈ। ਜਦੋਂ ਜਾ ਕੇ ਪਤਾ ਕੀਤਾ ਤੇ ਉਹਨੂੰ ਆਖਿਆ ਵੀ ਸਾਡੀ ਸੁਣਵਾਈ ਨਹੀਂ ਹੋਈ। ਉਹ ਕਹਿੰਦੇ ਬਾਪੂ ਮਿਲਾਇਆ। ਬਾਪੂ ਕਹਿੰਦੇ ਬਾਪੂ ਕਿਹੜਾ? ਕਹਿੰਦੇ ਗਾਂਧੀ। ਕਹਿੰਦੇ ਦਿੱਤਾ ਤੇ ਤੁਸੀਂ ਕੁਝ ਹੈ ਨਹੀਂ ਹੈ, ਤੇ ਪੁਲਿਸ ਕਾਹਦੇ ਨਾਲ ਆਉਣੀ? ਗੱਡੀ 'ਚ ਤੇਲ ਵੀ ਪਾਉਣਾ ਅਗਲਿਆਂ। ਵੀ ਸਿੱਧਾ ਤੁਸੀਂ ਪਹਿਲੇ ਦਿਨ ਕਹਿ ਦਿਓ ਵੀ 10-20 ਹਜ਼ਾਰ ਮੁੱਠ 'ਚ ਦਿਓ, ਇਹ ਸਾਡਾ ਪੰਜਾਬ ਸਹੁੰ, ਇਹ ਸਾਡਾ ਪੰਜਾਬ ਸਹੁੰ। ਤੇ ਬਾਹਰ ਕੀ ਹੈ? ਐਕਸੀਡੈਂਟ ਹੋਇਆ ਨਹੀਂ, ਤੁਹਾਡੀ ਗੱਡੀ 1 ਨੰਬਰ ਡਾਇਲ, ਤੇ ਉਸੇ ਵੇਲੇ ਤੁਹਾਨੂੰ ਇੰਨਾ ਪਿਆਰ ਕਰਨਗੇ। ਉਹ ਵੀ ਤਾਂ ਇਨਸਾਨ ਹੀ ਆ। ਤੇ ਸਾਡੇ ਕੋਈ ਸੁਣਵਾਈ ਨਹੀਂ, ਬੰਦਾ ਤੜਫਣ ਦਿਆ ਵਾ, ਉਹਦਾ ਲਹੂ ਡੁੱਲਾ ਵਾ। ਐਂਬੂਲੈਂਸ ਨੂੰ ਫੋਨ ਕੀਤਾ ਪਹਿਲਾਂ, ਤੇ ਉਹਨਾਂ ਕਿਸੇ ਫੋਨ ਨਹੀਂ ਚੱਕਿਆ। ਉਹ ਆਨੰਦ ਨਾਲ ਤਾਸ਼ ਖੇਡਣ ਦੇ ਜਿਹੜੇ ਵਿੱਚ ਡਿਊਟੀ ਤੇ ਉਹਨਾਂ ਫੋਨ ਕਹਿਦਾ ਜੀ ਉਹ ਜਲੰਧਰ ਗਈ, ਆਉਣ ਦਈ ਆ। ਕਿਸੇ ਨੇ ਆਖਿਆ ਵੀ ਮੈਂ ਤੇ ਹਸਪਤਾਲ ਵੇਖੀ ਖੜੋਤੀ। ਫਿਰ MLA ਦਾ ਫੋਨ ਕਰਾਇਆ, ਤੇ ਉਹਨੇ ਚਿਰ ਨੂੰ ਬੰਦਾ ਮਰ ਗਿਆ। ਇਹਨੂੰ ਸਾਡਾ ਪੰਜਾਬ ਕਹਿੰਦੇ ਆ।
ਇਸ ਕਰਕੇ ਗੁੱਸਾ ਆ ਜਾਂਦਾ ਵੀ ਸਾਰੇ ਅਫਸਰ ਇੱਥੇ ਜਿਹੜੇ ਡਿਊਟੀਆਂ ਕਰਦੇ, ਮੈਂ ਵੀ ਆਪਣੀ ਡਿਊਟੀ ਤੋਂ ਕੁਤਾਹੀ ਕਰਦਾ। ਇੱਥੇ ਆਪਾਂ ਸਾਰਿਆਂ ਨੂੰ ਜਦੋਂ ਇਹ ਬਾਹਰ ਜਾਂਦੇ ਬੱਚਿਆਂ ਕੋਲੇ, ਉੱਥੇ ਜਾ ਕੇ ਸਾਰੇ ਕਾਨੂੰਨ ਸਿੱਖ ਲੈਂਦੇ। ਉੱਥੇ ਵੇਖ ਲਓ ਸਾਰੇ ਸੁਧਰ ਜਾਂਦੇ, ਆਪਣੇ ਬੱਚਿਆਂ ਕੋਲ ਜਾਂਦੇ ਆ ਵੀਜ਼ੇ ਲਵਾ ਕੇ। ਉੱਥੇ ਨਹੀਂ ਤੁਸੀਂ ਇੱਦਾਂ ਢਿੱਲ ਕਰਦੇ। ਇਸ ਕਰਕੇ ਮਰਜ਼ਾਦਾ ਤੇ ਕਾਨੂੰਨ ਦਾ ਨਾਂ ਹੀ ਰੱਬ ਹੈ। ਜਿੱਥੇ ਡਰ ਹੈ ਨਾ ਉੱਥੇ ਰੱਬ ਹੈ, ਜਿੱਥੇ ਡਰ ਨਹੀਂ ਉੱਥੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਲਾ ਕੇ ਬੇਅਦਬੀਆਂ ਜਿਹੜੇ ਕਰਕੇ ਗਏ ਉਹ ਵੀ ਤਾਂ ਬੰਦੇ ਹੀ ਸੀ। ਇਹ ਸੱਚਾਈ ਹੈ ਕਿ ਜਿੱਥੇ ਡਰ ਹੈ ਉੱਥੇ ਪਰਮੇਸ਼ਰ ਹੈ, ਜਿੱਥੇ ਡਰ ਨਹੀਂ ਉੱਥੇ ਰਿਸ਼ਤਾ ਨਹੀਂ ਜੇ ਨਿਭਦਾ। ਉਹਨਾਂ ਲੋਕਾਂ ਕੋਲ ਡਰ ਨਾਂ ਦੀ ਚੀਜ਼ ਹੈਗੀ ਆ, ਕਾਨੂੰਨ ਨਾਂ ਦੀ ਚੀਜ਼ ਹੈਗੀ ਆ। ਆਪਣੇ ਨਾਂ ਤੇ ਕੋਈ ਕਾਨੂੰਨ ਤੋਂ ਡਰਦਾ ਤੇ ਨਾ ਕਾਨੂੰਨ ਹੀ ਕਿਸੇ ਤੋਂ ਡਰਦਾ ਤੇ ਨਾ ਕੋਈ ਗੁਰੂ ਤੋਂ ਹੀ ਡਰਦਾ। ਤੇ ਇਸ ਕਰਕੇ ਉਹ ਰਾਜਾ ਜਿਹੜਾ ਸੀ ਇਹ ਕੱਟੜ ਸੀ। ਉਹਨੇ ਆਖਿਆ ਜਿਹਨੇ ਵਰਤਣਾ ਰੱਖਿਆ ਤੇ ਪੁੱਠਾ ਟੰਗ ਕੇ ਕੈਦ ਕਰ ਦਿੰਦਾ ਸੀ। ਪਰ ਹੁਣ ਉਹਦਾ ਵਾਹ ਪੈ ਗਿਆ ਗੁਰੂ ਨਾਨਕ ਦੇ ਸਿੱਖ ਨਾਲ। ਬੜਾ ਪਿਆਰਾ ਇਤਿਹਾਸ ਹੈ। ਭਾਨੋ ਦੇਤੇ ਕਰੇ ਇਸ਼ਨਾਨਾ, ਤਿਲਕ ਲਗਾਵੇ ਤਨ ਬਿਦਨਾਨਾ। ਔਰ ਕਹਿੰਦੇ ਰੋਜ਼ ਇਸ਼ਨਾਨ ਕਰਦਾ ਤੇ ਮੱਥੇ ਤੇ ਤਿਲਕ ਵੀ ਲਾਉਂਦਾ ਸੂਰਜ ਚੜ੍ਹਨ ਤੇ। ਜਿਸ ਤਰ੍ਹਾਂ ਵੀ ਉਹਦੀ ਮਰਜ਼ਾਦਾ ਨਾ ਆਪਣੀ ਮਰਜ਼ਾਦਾ ਚ ਪੱਕਾ ਹੈ। ਅਸ ਪ੍ਰਕਾਰ ਕੀ ਰੀਤ ਨਰੇਸ਼ਾ, ਆਪ ਕਰੇ ਕੀ ਦੇਸ਼ ਨਿਦੇਸ਼ਾ। ਕਹਿੰਦੇ ਇਸ ਤਰ੍ਹਾਂ ਸਾਰੀ ਰੀਤੀ ਉਹਦੀ ਪੱਕੀ ਹੈ ਵੀ ਸੂਰਜ ਜਿਹੜੇ ਇਸ਼ਨਾਨ ਕਰਕੇ ਤਿਲਕ ਲਾਉਣਾ। ਤੇ ਆਪਣੇ ਦੇਸ਼ 'ਚ ਵੀ ਉਹਨੇ ਹੁਕਮ ਦਿੱਤਾ ਸੀ। ਕਿਆ ਬਾਤ ਹੈ ਨਾ। ਦੇਸ਼ ਆਪਣੇ ਨੂੰ ਵੀ ਆਖਿਆ ਸੀ ਵੀ ਜਿਹੜਾ ਬੰਦਾ ਇਸ਼ਨਾਨ ਨਾ ਕਰੇ ਉਹਨੂੰ ਮੇਰੇ ਕੋਲ ਲੈ ਆਉਣਾ। ਤੇ ਅੱਜ ਸਾਡੇ ਗੁਰੂ ਨੇ ਤਾਂ ਬਹੁਤ ਕੁਝ ਦਿੱਤਾ ਹੈ, ਪਰ ਅਸੀਂ ਆਪਣੇ ਗੁਰੂ ਤੋਂ ਭੁੱਲ ਗਏ। ਗੁਰੂ ਨੇ ਆਖਿਆ ਸੀ ਜਪਜੀ ਸਾਹਿਬ ਪੜ੍ਹੇ ਤੋਂ ਬਿਨਾਂ ਜਲ ਪਾਣੀ ਨਾ ਛਕਿਓ। ਇਹ ਆਪਾਂ ਤੇ ਸਭ ਕੁਝ ਛਕ ਕੇ ਫਿਰ ਕਿਤੇ 10 ਵਜੇ ਕਹਿੰਦੇ ਪਾਠ ਨਾ ਕਰ ਲਈਏ, ਹੈਨਾ। ਨੇਮ ਤੋੜਤਾ। ਕੈਪਸੂਲ ਚੇਤੇ ਰਹਿ ਜਾਂਦਾ ਕਿਉਂਕਿ ਪਤਾ ਮੈਂ ਮਰ ਜਾਣਾ। ਉਹ ਡਾਕਟਰ ਨੇ ਦਿੱਤਾ ਖਾਲੀ ਪੇਟ, ਉਹ ਉਸੇ ਵੇਲੇ ਖਾਂਦੇ ਸਵੇਰੇ ਸਾਰੇ। ਪਤਾ ਵਾ ਨਾ ਮੈਂ ਮਰ ਜਾਣਾ ਜੇ ਨਾ ਖਾਦਾ। ਤੇ ਬਾਣੀ ਕਹਿੰਦੀ ਆਖਾਂ ਜੀਵਾਂ ਵਿਸਰੇ ਮਰ ਜਾ। ਅਸੀਂ ਡਾਕਟਰ ਤੋਂ ਡਰਦੇ ਆ, ਮੌਤ ਤੋਂ ਡਰਦੇ ਆ, ਮੈਡੀਸਨ ਨਹੀਂ ਭੁੱਲਦੇ। ਦੁਪਹਿਰ ਵਾਲੀ, ਸਵੇਰ ਵਾਲੀ, ਸ਼ਾਮ ਵਾਲੀ। ਜਿਹੜਾ ਮਹਾਰਾਜ ਨੇ ਕਿਹਾ ਸੀ ਵੀ ਸਵੇਰੇ ਸ਼ਾਮਾਂ ਨੂੰ ਮਹਾਰਾਜ ਦੇ ਦਰਸ਼ਨ ਕਰਨੇ, ਪਾਠ ਕਰਨਾ, ਉਹਦਾ ਚੇਤਾ ਹੀ ਭੁੱਲ ਗਿਆ। ਮੇਨ ਚੀਜ਼ ਤੋਂ ਦੂਰ ਹੋਏ ਤੇ ਰਾਜੇ ਨੇ ਹੁਕਮ ਦਿੱਤਾ ਹੈ। ਤਹਿ ਪੁਰ ਪਰਵਸ਼ਿਓ ਮਨ ਸੁਖ ਜਾਈ, ਸਰਬ ਬਨਜ ਕੀ ਸੌਜ ਲਵਾਈ। ਕਹਿੰਦੇ ਇੱਧਰ ਭਾਈ ਮਨਸੁਖ ਨੇ ਬੇੜਾ ਬੰਨਿਆ ਕੰਡੇ ਦੇ ਨਾਲ ਤੇ ਸਾਰਾ ਸਾਜੋ ਸਮਾਨ ਉਤਾਰਿਆ ਹੈ ਤੇ ਸਰਬ ਬਣਜ ਕੀ ਸੌਜ ਲਵਾਈ। ਸਾਰੀਆਂ ਜਿਹੜੀਆਂ ਉਹਦੀਆਂ ਵਸਤੂਆਂ ਸੀ ਬਾਜ਼ਾਰ ਦੇ ਵਿੱਚ ਆਪਣੀ ਇੱਕ ਵੱਖਰੀ ਦੁਕਾਨ ਲਾ ਲਈ ਹੈ। ਚੌਕਈ ਡੇਰਾ ਕੀਨ ਥਾਏ ਸ਼ੁਭ ਦੇਖੀ, ਜਿਸ ਮੈਂ ਸਿੱਖੀ ਰੀਤ ਵਿਸ਼ੇਖੀ। ਇਹਨੇ ਸੋਹਣੀ ਜੀ ਥਾਂ ਵੇਖ ਲਈ ਉਹਨੇ, ਜਿੱਥੇ ਪਾਣੀ ਧਾਣੀ ਹਵਾ ਜਾਣੀ ਆਪਣਾ ਨੇਮ ਨਿਭਾਉਣਾ ਸੀ ਨਾ। ਸਿੱਖ ਪਹਿਲੋਂ ਜਗ੍ਹਾ ਹੀ ਵੇਖਦਾ ਕਿ ਕਿੱਥੇ ਉਤਾਰਾ ਕਰੀਏ, ਜਿੱਥੇ ਪਾਣੀ ਹੋਵੇ, ਜਲ ਪਾਣੀ ਦਾ ਪ੍ਰਬੰਧ ਹੋਵੇ, ਮੇਰੇ ਪਿਆਰੇ ਦਾ ਮੈਂ ਨਾਂ ਲੈ ਸਕਾਂ। ਉਹ ਇਸ ਕਰਕੇ ਭਾਈ ਮਨਸੁਖ ਨੇ ਆਪਣਾ ਡੇਰਾ ਉੱਥੇ ਕੀਤਾ ਜਿੱਥੇ ਉਹਦਾ ਨੇਮ ਨਿਭ ਸਕਦਾ ਹੈ। ਸ੍ਰੀ ਨਾਨਕ ਜਿਉ ਆਇਸ ਪ੍ਰਾਹੀ, ਨਿਤ ਪ੍ਰਤ ਕਰਹਿ ਤਿਉ ਨਿਰਵਾਹੀ। ਕਹਿੰਦੇ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ ਨਾ ਸੁਲਤਾਨਪੁਰ ਵੀ ਮਨਸੁਖ ਕਦੇ ਸੁੱਖ ਵੇਖਿਆ ਮਨ ਦਾ। ਕਹਿੰਦੇ ਨਹੀਂ ਬਾਬਾ, ਰਾਤ ਵੀ ਰੋਂਦੇ ਲੰਘਦੀ ਤੇ ਦਿਨ ਵੀ। ਬੜਾ ਪੈਸਾ ਮੇਰੇ ਕੋਲ ਪਰ ਮੈਨੂੰ ਨੀਂਦ ਨਹੀਂ ਜੀ ਆਉਂਦੀ। ਮਹਾਰਾਜ ਨੇ ਆਖਿਆ ਸੀ ਫਿਰ ਦਸਵੰਧ ਕੱਢਿਆ ਕਰ ਤੇ ਸਵਾਸਾਂ ਦਾ ਦਸਵੰਧ, ਭਾਵ 2.5 ਘੰਟੇ ਚੌਂਕੜਾ ਮਾਰਨਾ ਰੋਜ਼। ਤੇ ਜਿੰਨੀ ਤੇਰੀ ਮਹੀਨੇ ਦੀ ਕਮਾਈ ਆ, ਜੇ 5 ਲੱਖ ਆ ਤੇ ਉਹਦੇ ਵਿੱਚੋਂ 50,000 ਰੁਪਈਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ। ਠੀਕ ਆ ਜੀ। ਜੇ ਤੇਰੀ 10 ਲੱਖ ਹੈ ਤੇ ਫਿਰ ਉਹਦੇ ਵਿੱਚੋਂ 10ਵਾਂ ਹਿੱਸਾ ਜਿਹੜਾ ਹੈ ਉਹ ਰੱਖ ਦੇ। ਇਸੇ ਤਰ੍ਹਾਂ ਮਨਸੁਖ ਨੂੰ ਬਾਬੇ ਨੇ ਕਿਰਤ ਕਰ, ਨਾਮ ਜਪ, 3 ਉਪਦੇਸ਼ ਦਿੱਤੇ ਵੀ ਇੱਕ ਤੇ 2.5 ਘੰਟੇ ਰੋਜ਼ ਬਹਿਣਾ ਚੌਂਕੜਾ ਲਾ ਕੇ ਤੇ ਉਹ ਫਿਰ ਇਸ਼ਨਾਨ ਕਰਨਾ ਪਹਿਰ ਰਾਤ ਰਹਿੰਦਿਆਂ। ਤੇ ਭਾਈ ਮਨਸੁਖ ਬਚਨਾਂ ਦਾ ਪੱਕਾ ਸੀ। ਜਿੱਦਣ ਦਾ ਬਾਬੇ ਨਾਨਕ ਨੂੰ ਮਿਲ ਕੇ ਗਿਆ, ਹੁਣ ਆਪਾਂ ਤੇ ਰੋਜ਼ ਗੁਰਦੁਆਰੇ ਆਉਣੇ, ਰੋਜ਼ ਕਿੰਨੀ ਕਥਾ ਸੁਣਦੇ। ਮੈਂ ਵੀ ਤੁਹਾਡੇ ਨਾਲ ਹੀ। ਆਪਾਂ ਮੰਨਦੇ ਮੁੰਦੇ ਕੋ ਨਹੀਂ। ਆਪਾਂ ਹੁਣ ਸਮਾਪਤੀ ਹੋਣੀ, ਕੁੜਤੇ ਝਾੜ ਕੇ ਘਰਾਂ ਨੂੰ ਤੁਰ ਜਾਣਾ, ਚੇਤਾ ਭੁੱਲ ਜਾਣਾ। ਜਿੰਨੇ ਵੀ ਸਿੱਖ ਗੁਰੂ ਨਾਨਕ ਨੂੰ ਮਿਲੇ, ਕੋਈ 20 ਮਿੰਟ ਮਿਲਿਆ, ਕੋਈ ਅੱਧਾ ਘੰਟਾ, ਕੋਈ 1 ਰਾਤ, ਇੱਕ ਵੇਰਾ ਹੀ ਉਪਦੇਸ਼ ਲਿਆ, ਮੁੜ ਕੇ ਉਹਨੂੰ ਕਮਾਇਆ। ਅਸੀਂ ਰੋਜ਼ ਨਵੀਂ ਤੋਂ ਨਵੀਂ ਕਥਾ ਸੁਣਨੀ ਚਾਹੁੰਦੇ। ਬਾਬਾ ਜੀ ਅੱਜ ਆਹ ਚੀਜ਼ ਸੁਣਾਇਓ, ਬਾਬਾ ਜੀ ਇੱਕ ਚੀਜ਼ ਨੂੰ ਦੁਬਾਰਾ ਨਾ ਸੁਣਾਇਆ ਕਰੋ।
ਇਹਦਾ ਰਸ ਕੰਨ ਦਾ ਬਣ ਗਿਆ, ਕਮਾਈ ਘਟ ਗਈ ਆ। ਕੰਨ ਰਸ ਜਿੰਨਾ ਚਿਰ ਹੈਗਾ ਉਹ ਆਪਾਂ ਨਵਾਂ ਨਵਾਂ ਸੁਣਨਾ ਭਾਲਦੇ ਆ, ਇਹ ਆਪਣੀ ਕਮਾਈ ਆਪਾਂ ਕਰਦੇ ਹਾਂ। ਤੋ ਇਸ ਕਰਕੇ ਮਹਾਰਾਜ ਦੇ ਬਚਨ ਉਹਨੇ ਕਮਾਏ। ਪੈਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਜੋ ਵੀ ਸ਼ਬਦ ਮਹਾਰਾਜ ਦੀ ਉਹਨੂੰ ਸਕੂਨ ਲੱਗੇ ਉਹ ਲਿਖ ਕੇ ਲੈ ਗਿਆ ਸੀ ਕਾਪੀ 'ਤੇ। ਉਹ ਫਿਰ ਰੋਜ਼, ਕਿਉਂਕਿ ਉਦੋਂ ਗੁਟਕਾ ਸਾਹਿਬ ਪੋਥੀ ਦਾ ਅਜੇ ਸਮਾਂ ਨਹੀਂ ਆ, ਪਹਿਲੇ ਜਾਮੇ 'ਚ ਉਹਨੇ ਆਪਣੇ ਭਾਵਨਾ ਨਾਲ ਜਿਹੜੇ 4-5 ਸ਼ਬਦ ਮਹਾਰਾਜ ਨੇ ਲਿਖਾਏ ਉਹ ਲੈ ਕੇ ਬਹਿ ਜਾਣੇ ਤੇ ਭਾਵਨਾ ਦੇ ਨਾਲ ਇਸ਼ਨਾਨ ਕਰਕੇ ਪੜ੍ਹਦਾ ਹੈ। ਸਵਾ ਜਾਮ ਨਿਸ ਕਰਹਿ ਇਸ਼ਨਾਨ, ਇਕ ਮਨ ਕਰਹਿ ਕੀਰਤਨ ਗਾਨ। ਕਹਿੰਦੇ ਸਵਾ ਪਹਿਰ ਰਾਤ ਰਹਿੰਦਿਆਂ ਉੱਠ ਕੇ ਤੇ ਇਸ਼ਨਾਨ ਕਰਕੇ ਤੇ ਪਰਮੇਸ਼ਰ ਦੀ ਸਿਫਤ ਵਿੱਚ ਜੁੜ ਜਾਂਦਾ ਹੈ। ਗੁਰ ਕੇ ਸ਼ਬਦ ਦੇਖ ਲਿਖ ਲੀਨੇ, ਪੜ੍ਹੇ ਪ੍ਰੇਮ ਕਰ ਚਿਤ ਹਿਤ ਦੀਨੇ। ਕਹਿੰਦੇ ਬੜੇ ਪਿਆਰ ਦੇ ਨਾਲ ਉਹਨੇ ਇੱਕ ਸੋਹਣੀ ਸੁੰਦਰ ਪੋਥੀ ਰੱਖਣ ਵਾਲੀ ਡੱਬੀ ਬਣਾਈ ਜਿਹ 'ਚ ਸ਼ਬਦ ਰੱਖੇ ਮਹਾਰਾਜ ਦੇ। ਇਹ ਸਭ ਤੋਂ ਕੀਮਤੀ ਗਹਿਣਾ ਵਾ, ਤਾਈਓ ਆਪਾਂ ਇਹਨਾਂ ਨੂੰ ਸੋਨੇ ਦੇ ਪਲੰਘੇ ਤੇ ਪ੍ਰਕਾਸ਼ ਕਰਦੇ ਹਾਂ। 25-30 ਲੱਖ ਦਾ ਚੰਦਵਾ ਕਿਉਂ ਲਾਈਦਾ? ਕਿਉਂਕਿ ਇਹ ਜਿਹੜਾ ਤਖਤ ਦੇ ਉੱਤੇ ਬਾਪੂ ਦਾ ਪ੍ਰਕਾਸ਼ ਹੈ, ਇਹਦੀ ਬਾਣੀ ਦਾ ਇੱਕ ਇੱਕ ਅੱਖਰ ਬੜਾ ਮਹਿੰਗਾ ਹੈ, ਬੜਾ ਹੀ ਕੀਮਤੀ ਹੈ। ਸਾਈ ਨਾਮ ਬੋਲ ਕੀਮ ਨਾ ਕੋਈ ਜਾਣਦਾ। ਆ ਕਈਆਂ ਦੇ ਢਿੱਡ 'ਚ ਪੀੜ ਹੋ ਪੈਂਦੀ, ਕਹਿੰਦੇ ਜੀ ਸੋਨੇ ਦਾ ਚੌਰ ਚੜਾਇਆ ਗਰੀਬਾਂ ਨੂੰ ਦੇ ਦਿੰਦੇ, ਵੀ ਤੂੰ ਗਰੀਬਾਂ ਨੂੰ ਦੇ ਦੇ। ਇਹ 25 ਲੱਖ ਦਾ ਚੰਦੋਆ ਮਾਰੇ ਤੇ ਕੀ ਕਰਨਾ, 50,000 ਦਾ ਲਾਉਂਦੇ ਤੇ ਬਾਕੀ ਇਹ ਜਿਹੜਾ 24.5 ਲੱਖ ਗਰੀਬਾਂ ਨੂੰ ਦਿੰਦੇ। ਵੀ ਤੂੰ ਮਹਾਰਾਜ ਦੇ ਪਿਆਰ ਨੂੰ ਨਹੀਂ ਜਰਦਾ ਹੈ, ਵੀ ਤੂੰ ਕਿੰਨਾ ਕਿ ਦਿੰਦਾ ਗਰੀਬਾਂ ਨੂੰ, ਤੂੰ ਦੇ ਦਿਆ ਕਰ, ਤੂੰ ਪੁੱਠੇ ਕੰਮਾਂ 'ਚ ਨਾ ਲਾਇਆ ਕਰ। ਤੋ ਇਸ ਕਰਕੇ ਕਈਆਂ ਨੂੰ ਗੁਰੂ ਦੀ ਸਿਫਤ ਵੀ ਚੁਭਦੀ ਹੈ, ਪਰ ਇੱਥੇ ਮਹਾਰਾਜ ਦੇ ਪਿਆਰ 'ਚ ਮਨਸੁਖ ਨੇ ਇੱਕ ਵਧੀਆ ਸੋਹਣੀ ਚਾਂਦੀ ਦੀ ਡੱਬੀ ਤਿਆਰ ਕੀਤੀ ਜਿੱਥੇ ਸ਼ਬਦ ਨੂੰ ਰੱਖਦਾ। ਉਹ ਰੋਜ਼ ਸਵੇਰੇ ਉੱਥੋਂ ਕੱਢ ਲੈਂਦਾ ਉਹ ਪੇਚ, ਉਹਨਾਂ ਵਰਕਿਆਂ ਉਹਨਾਂ ਗੁਰੂ ਕੇ ਪਿਆਰ ਨੂੰ ਤੇ ਪੜ੍ਹਦਾ ਹੈ। ਹੋਰ ਪਈ ਪੰਚ ਅੰਮ੍ਰਿਤ ਕਰਕੇ, ਕਰ ਅਰਦਾਸ ਭਾਉਰ ਧਰ ਕੇ। ਇਹ ਪਿਆਰ ਹੁੰਦਾ ਸੰਗਤੇ ਤੁਹਾਡਾ। ਇੱਕ ਕੈਨੇਡਾ 'ਚ ਗੁਰੂ ਕਾ ਸਿੱਖ 6.5 ਫੁੱਟ ਲੰਮਾ ਦਾੜਾ ਉਹਦਾ, ਉਹਨੇ ਸੋਨੇ ਦੀ ਡੱਬੀ ਬਣਾਈ। ਰੋਜ਼ ਜਦੋਂ ਕੇਸ ਪਾਉਂਦਾ ਨਾ, ਜਿੰਨੇ ਕੇਸ ਝੜਦੇ ਆ ਉਹਨੂੰ ਇਕੱਠੇ ਕਰਕੇ ਨਾ ਇਹਦਾ ਕੱਪੜਾ ਝੋਲੀ 'ਚ ਵਿਛਾ ਕੇ ਤੇ ਉਹ ਸੋਨੇ ਦੀ ਡੱਬੀ 'ਚ ਪਾਉਂਦਾ। ਹੁਣ ਉਸ ਸਿੱਖ ਨੂੰ ਵੇਖੀਏ ਤੇ ਆਪਾਂ ਨੂੰ ਵੇਖੀਏ ਤੇ ਸ਼ਰਮ ਜੀ ਆਉਂਦੀ ਕਿ ਉਹ ਤੇ ਸੋਨੇ ਦੀ ਡੱਬੀ 'ਚ ਪਾਉਂਦਾ ਤੇ ਆਪਾਂ ਉੱਥੇ 500-600 ਦੇ ਕੇ ਵੈਣੀ 'ਚ ਪਾ ਕੇ ਆਉਣੇ। ਉੱਦਾਂ ਹੀ ਸਿੱਖ ਹੁੰਦੇ, ਅਸੀਂ ਸਿੱਖ ਧਰਮ ਦੇ ਜਕਾਰੇ ਛੱਡਦੇ ਆ। ਇਹ ਤੇ ਆਪੋ ਆਪਣੀ ਭਾਵਨਾ ਹੀ ਹੈ ਬੀਬੀ ਬੰਦਿਆਂ ਦੀ। ਜਿਹਨੂੰ ਗੁਰੂ ਤੇ ਭਰੋਸਾ ਆ ਗਿਆ ਉਹਨੂੰ ਡਰ ਆ ਜਾਣਾ, ਜਿਹਨੂੰ ਨਹੀਂ ਹੈਗਾ ਉਹਨੇ ਬਾਬੇ ਨੂੰ ਵੀ ਗਾਲਾਂ ਕੱਢ ਜਾਣੀਆਂ ਤੇ ਗੁਰੂ ਮਹਾਰਾਜ ਨੂੰ ਤੇ ਫਿਰ ਪ੍ਰਵਾਨ ਕਰਨਾ ਹੀ ਨਹੀਂ। ਹੁਣ ਮੈਨੂੰ ਤੇ ਤੁਸੀਂ ਗੁੱਸਾ ਕਰ ਲਓਗੇ ਮੇਰਾ ਵੀ ਬਾਬਾ ਜੀ ਇੱਦਾਂ ਬੋਲਦੇ ਉੱਦਾਂ ਬੋਲਦੇ, ਪਰ ਜਿਹੜਾ ਇਤਿਹਾਸ ਹੈ ਵੀ ਇੱਕ ਕੇਸ ਪੁੱਟਿਆ ਦਾੜੇ 'ਚੋਂ ਤੇ ਬਾਜਾਂ ਵਾਲੇ ਨੇ ਰੋਜ਼ ਮਹਾਰਾਜ ਉੱਠ ਕੇ ਜੱਫੀ ਪਾ ਕੇ ਮਿਲਦੇ ਸੀ। ਜਦੋਂ ਉਹਨੇ ਸਿੱਖ ਨੇ ਆਉਣਾ ਨਾ ਸੰਗਤ 'ਚ, ਮਹਾਰਾਜ ਨੇ ਤਖਤ ਤੋਂ ਉੱਠਣਾ ਤੇ ਆਪ ਮਿਲਣਾ। ਤੇ ਇੱਕ ਦਿਨ ਸ਼ੀਸ਼ੇ ਸਾਹਮਣੇ ਨਾ ਉਹਨੇ ਵੇਖਿਆ ਵੀ ਆਹ ਪੰਗਾ ਜਿਹਾ ਪਾਉਂਦਿਆ, ਬਾਕੀ ਸਾਰਾ ਦਾੜਾ ਉਹਨੇ ਇੱਕ ਉਹ ਪੁੱਟਤਾ। ਇਤਿਹਾਸ ਕਹਿੰਦਾ ਮਾਰੇ ਕਹਿੰਦੇ ਦਇਆ ਸਿੰਘਾਂ ਨੇ ਵਿੱਚ ਚਪੇੜਾ ਮਾਰ ਕੇ ਭਜਾ ਦਿੱਤਾ। ਹੁਣ ਇਹ ਕਥਾ ਨਾ ਕਰਾਂਗੇ ਤੇ ਸਾਡੇ ਬੱਚਿਆਂ ਨੂੰ ਪਤਾ ਕਿੱਦਾਂ ਲੱਗੂ ਵੀ ਕੇਸ ਕਿਹਨੂੰ ਕਹਿੰਦੇ। ਗਾਣੇ ਸੁਣਾਈ ਜਾਂਦੇ ਆ, ਹੁਣ ਜਗ੍ਹਾ ਤੇ ਮੇਲੇ ਚੱਲਦੇ ਆ ਉਹ ਵੀ ਰੋਣ ਆਉਂਦੇ ਆ। ਮੈਂ ਸਵੇਰੇ ਵੀ ਬੇਨਤੀ ਕੀਤੀ ਵੀ ਜਿੰਨੇ ਪੀਰ ਫਕੀਰ ਆ ਸਾਰਿਆਂ ਨੇ ਭਗਤੀ ਕੀਤੀ, ਅੱਲਾ ਅੱਲਾ ਕੀਤਾ ਤੇ ਉੱਥੇ ਨਖੀਲਾ ਬਲਕਾਰ ਨਖੀਲਾ ਲਾਇਆ। ਉਹ ਫਕੀਰ ਨੂੰ ਵੀ ਸੁਣਾਉਂਦਾ ਵੀ ਲੈ ਝੱਟ ਤੂੰ ਵੀ ਡਾਂਸ ਕਰ ਲਾ ਕੋ ਸਤ। ਸਾਡੀ ਕੌਮ ਦਾ ਬਣੂਗਾ ਕੀ ਹਾਲਾਤ, ਕਿੰਨੇ ਮਾੜੇ ਵੀ ਇੱਕ ਪੀਰ ਫਕੀਰ ਅੱਲਾ ਅੱਲਾ ਕਰਦਾ ਕਰਦਾ ਮੀਂਹ ਹਨੇਰੀ 'ਚ ਬੈਠਾ ਰਿਹਾ। ਉਹਦੇ ਸਥਾਨ ਦੇ ਉੱਤੇ ਅਸੀਂ ਬੀਬੀ ਬੰਦੇ ਨੂੰ ਉਹ ਗੰਦੇ ਗੀਤ ਗਾਈ ਜਾਂਦੇ, ਤੂੰ ਆ ਜੀ ਮੈਂ ਤੈਨੂੰ ਲੈ ਆਊਂ, ਤੂੰ ਉੱਥੇ ਘੁੰਮੀ। ਇਹ ਕੀ ਕਰਨ ਦਾ ਅਸੀਂ? ਜੇ ਸੋਚ ਕੇ ਵੇਖਿਓ ਮੈਂ ਮਾਫੀ ਚਾਹੁੰਦਾ, ਇਹ ਗਲਤ ਆ। ਸਾਨੂੰ ਰੱਬ ਨੇ ਕਿਤੇ ਨਹੀਂ ਬਖਸ਼ਣਾ। ਅਸੀਂ ਕਿਸੇ ਰੱਬ ਦੀ ਬੰਦਗੀ ਕਰਨ ਵਾਲੇ ਦਾ ਵੀ ਜਲੂਸ ਕੱਢਤਾ ਹੁਣ। ਹਾਂ ਮਨਾਓ ਉਹਨਾਂ ਦਾ ਦਿਹਾੜਾ, ਪਰ ਉੱਥੇ ਕੋਈ ਚੰਗੀ ਚੀਜ਼ ਲਾਓ, ਕੋਈ ਕਵਾਲੀ ਕਰ ਲਓ, ਕੋਈ ਉੱਥੇ ਅੱਲਾ ਅੱਲਾ ਦਾ ਨਾਂ ਤੇ ਝੱਟ ਚੱਲੇ। ਜੇ ਤੁਸੀਂ ਮਨਾਉਣਾ ਉਹ ਕਮਾਲ ਪਈ, ਉਹ ਬੰਦਗੀ ਕਰਦੇ ਰਹੇ, ਤੁਸੀਂ ਉੱਥੇ ਉਹਨਾਂ ਨੂੰ ਗਾਣੇ ਸੁਣਾਉਣ ਲੱਗ ਪਏ ਪੈਸੇ ਇਕੱਠੇ ਕਰਕੇ। 5-7 ਲੱਖ ਰੁਪਈਏ 'ਚ ਸੱਦ ਲਿਆ, ਆਖੋ ਸਤਨਾਮ ਸ੍ਰੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸਖਤ ਨੇ, ਮੇਰੇ ਲਈ ਵੀ ਤੁਹਾਡੇ ਲਈ ਵੀ। ਤੋ ਇਸ ਕਰਕੇ ਉਹਨਾਂ ਸਿੱਖਾਂ ਦੀ ਭਾਵਨਾ ਸੋਨੇ ਦੀ ਡੱਬੀ 'ਚ ਕੇਸ ਪਾਉਣੇ। ਤੇ ਇਸ ਕਰਕੇ ਆਪਣੇ ਪੰਜਾਬ ਦਾ ਰੱਬ ਰਾਖਾ, ਇੱਥੇ ਵਹਿਣੀਆਂ ਗਲੀਆਂ ਨਾਲੀਆਂ ਦੇ ਵਿੱਚ ਢੇਰ ਲੱਗੇ ਪਏ ਆ
ਤੇ ਟਰਾਲੀ ਤੇ ਲਿਖਿਆ ਮੇਰਾ ਰੁੱਸੇ ਨਾ ਕਲਗੀਆਂ। ਮੈਂ ਤਾਂ ਕਹਿਣਾ ਵੀ ਆਪਾਂ ਸਭ ਨੇ ਚੱਲ ਜਾਣਾ ਇੱਕ ਦਿਨ, ਭੋਗ ਪੈ ਜਾਣਾ ਸਭ ਦਾ, ਪਰ ਬਾਪੂ ਪੁੱਛੂਗਾ ਜ਼ਰੂਰ ਵੀ ਪੁੱਤ ਮੂੰਹ ਹੀ ਸਵਾਰੀ ਗਿਆ, ਕਦੇ ਆਪਣਾ ਜਨਮ ਹੀ ਸਵਾਰ ਲਿਆ। ਮੂੰਹ ਹੀ ਸਵਾਰੀ ਗਏ ਜੇ ਸਾਰੀ ਜ਼ਿੰਦਗੀ, ਇਹ ਮੂੰਹ ਵੀ ਉਨਾ ਚਿਰ ਹੀ ਲੋਕੀ ਵੇਖਦੇ ਜਿੰਨਾ ਚਿਰ ਹੱਡਾਂ 'ਚ ਜਾਣਾ, ਮੁੜ ਕੇ ਉਹ ਵੀ ਹਟ ਜਾਂਦੇ ਵੇਖਣ। ਇਸ ਕਰਕੇ ਮਹਾਰਾਜ ਕਹਿੰਦੇ ਥੋੜਾ ਜਿਹਾ ਮੈਨੂੰ ਵੀ ਸਮਾਂ ਦੇ ਦੇ, ਚੱਲ 25-30 ਸਾਲ ਤੋਂ ਮੂੰਹ ਸਿਰ ਬਣਾ ਲਿਆ, ਹੁਣ ਜੀਵਨ ਬਣਾ ਆਪਣਾ ਜੀਵਨ। ਤੇ ਭਾਈ ਮਨ ਸੁਖ ਜੀਵਨ ਬਣਾ ਰਿਹਾ ਹੈ। ਇਕਟ ਨਰਨ ਸਭ ਹੀ ਕੋ ਦੇਖੇ, ਬਹਰੁ ਆਪ ਜੇ ਕਰ ਲਖੇ। ਕਹਿੰਦੇ ਫਿਰ ਕੀ ਕਰਦਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦਾ ਹੈ, ਤੇ ਜਿਹੜਾ ਵੀ ਲਾਗੇ ਆਉਂਦਾ ਜਾਂਦਾ ਉਹਨੂੰ ਆਵਾਜ਼ ਮਾਰ ਕੇ ਛਕਾਉਂਦਾ ਹੈ। ਆਸ ਪ੍ਰਕਾਰ ਨਿਤ ਨੇਮ ਨਿਭਾਹੇ, ਬਨਜ ਕਰੇ ਪੁਨ ਪਾਵਤ ਲਾਹੇ। ਇਸੇ ਤਰ੍ਹਾਂ ਫਿਰ ਸਾਰਾ ਦਿਨ ਵਪਾਰ ਕਰਦਾ ਤੇ ਸ਼ਾਮਾਂ ਨੂੰ ਫੇਰ ਜਾਪ ਕਰਦਾ ਸ਼ਬਦ ਦਾ, ਤੇ ਫੇਰ ਥੋੜੀ ਜਿਹੀ ਦੇਗ ਤਿਆਰ ਕਰਕੇ ਤੇ ਜਿੰਨੇ ਵੀ ਸਿੰਘ ਹੁੰਦੇ ਉਹਨਾਂ ਨੂੰ ਛਕਾ ਕੇ ਨਾਲੇ ਆਪ ਛਕ ਲੈਂਦਾ। ਸੰਧਿਆ ਹੋਏ ਤਵੇ ਗੁਰਬਾਣੀ ਪੜ੍ਹੇ, ਪ੍ਰੀਤ ਕਰਕੇ ਸੁਖ ਸਾਨੀ। ਕਹਿੰਦੇ ਜਦੋਂ ਰਾਤ ਪੈਂਦੀ ਹੈ, ਮਹਾਰਾਜ ਨੇ ਜਿਸ ਤਰ੍ਹਾਂ ਸਮਝਾਇਆ ਸੀ ਵੀ ਸੌਣ ਲੱਗਿਆਂ ਪਾਠ ਕਰਕੇ ਸੋਈ, ਰੱਬ ਨਾ ਕਰੇ ਕਿਤੇ ਆਪਾਂ ਸੁੱਤੇ ਰਹਿ ਜਾਈਏ, ਫਿਰ ਗੁਰੂ ਸਾਹਿਬ ਸੰਭਾਲ ਲੈਂਦੇ ਆ। ਕਈ ਵਾਰ ਕਈ ਬੰਦਿਆਂ ਦੀ ਮੌਤ ਇੱਦਾਂ ਦੀ ਆਉਂਦੀ ਸੁੱਤੇ ਨਹੀਂ ਉੱਠਦੇ, ਚੰਗੇ ਭਲੇ ਸੌਂਦੇ ਰੋਟੀ ਪਾਣੀ ਖਾ ਕੇ। ਜਾਣੀ ਗੁਰੂ ਨੂੰ ਪਿਆਰ ਦਾ ਤੇ ਮਤਲਬ ਇਹੋ ਆ ਵੀ ਗੁਰੂ ਦਾ ਸ਼ਬਦ ਮੰਨਣਾ। ਤੇ ਜੇ ਭਾਵੇਂ 50 ਸਾਲ ਕਥਾ ਸੁਣ ਲਓ, ਜਦੋਂ ਮੰਨਣੀ ਨਹੀਂ ਤੇ ਫਿਰ ਫਾਇਦਾ ਕੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੂੰ ਕਮਾਉਣਾ ਕੀਤਾ। ਸ਼੍ਰੀ ਨਾਨਕ ਕੀ ਮੂਰਤ ਧਿਆਨਾ, ਦੋਨੋਂ ਕਾਲ ਤਰੇ ਦੁਖਾਨਾ। ਕਹਿੰਦੇ ਮਹਾਰਾਜ ਸਾਹਿਬ ਦਾ ਬਚਨ ਹੋਇਆ ਸੀ, ਉਹਨੇ ਕਿਹਾ ਮਹਾਰਾਜ ਜਦੋਂ ਮੇਰਾ ਦਿਲ ਨਾ ਲੱਗਾ, ਮੇਰਾ ਜੀ ਕੀਤਾ ਤੁਹਾਡੇ ਦਰਸ਼ਨ ਕਰਨ ਨੂੰ, ਮਹਾਰਾਜ ਕਹਿੰਦੇ ਤੂੰ ਨੇਮ ਨਹੀਂ ਛੱਡਣਾ, ਦੋਵੇਂ ਟਾਈਮ ਨੇਮ ਪੱਕਾ ਰੱਖੀ, ਸੁਰਤ ਜੋੜੀ, ਅਸੀਂ ਤੈਨੂੰ ਦਰਸ਼ਨ ਵੀ ਦਿਆ ਕਰਾਂਗੇ। ਤੂੰ ਕਹਿੰਦੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਦੋਵੇਂ ਟਾਈਮ ਬੈਠ ਜਾਂਦਾ ਹੈ। ਇਸ ਕੀ ਰੀਤ ਦੇਖ ਨਰਪੁਰ ਕੇ, ਤਰਕਤ ਮੂੜ ਸੋਇਆ ਕਰਕੇ। ਕਹਿੰਦੇ ਹੁਣ ਉਸ ਸ਼ਹਿਰ ਦੇ ਲੋਕੀ ਆਪਣੇ ਹਿਸਾਬ ਨਾਲ ਚੱਲਦੇ, ਉਹ ਕਹਿੰਦੇ ਇਹਦੇ ਵੱਲ ਵੇਖ ਕੇ ਇਹਦਾ ਮਜ਼ਾਕ ਉਡਾਉਂਦੇ ਆ, ਹੱਸਦੇ ਆ ਵੀ ਇਹ ਕੀ ਕਰਦਾ ਰਹਿੰਦਾ ਸਵੇਰੇ ਸ਼ਾਮ, ਵਾਹਿਗੁਰੂ ਸਤਿਨਾਮ ਵਾਹਿਗੁਰੂ, ਏਕ ਓੰਕਾਰ ਸਤਿਨਾਮ। ਉਹ ਸ਼ਬਦ ਜੂ ਕਮਾਉਂਦਾ ਸੀ, ਨਾਲੇ ਉਹ ਕੜਾਹ ਪ੍ਰਸ਼ਾਦ ਵਰਤਾਉਂਦਾ, ਤੇ ਉਹ ਸਾਰੇ ਮਜ਼ਾਕ ਉਡਾਉਂਦੇ, ਕਹਿੰਦੇ ਕੈਸਾ ਭਗਤ ਹੈ, ਇਹ ਕੀ ਪੜਦਾ ਹੈ। ਮੁਖ ਸੋ ਹਸੇ ਬਚਨ ਕਹਿ ਨੰਦੇ, ਸ਼ੁਭ ਮਾਰ ਕੀ ਗਾਤ ਨਹਿ ਬਿੰਦੇ। ਰੁਕ ਜੋ ਹੋਰ 15 ਸਾਲ ਤੁਹਾਡੇ ਜਵਾਕਾਂ ਵੀ ਮਜ਼ਾਕ ਉਡਾਇਆ ਕਰਨੇ, ਕੱਖ ਨਹੀਂ ਆਉਂਦਾ ਸਾਡੀ ਔਲਾਦ ਨੂੰ, ਪੰਜਾਬੀ ਭੁੱਲ ਜਾਣੀ ਇਹਨਾਂ ਨੇ। ਇਹਨਾਂ ਨੂੰ ਨਾ ਜਪਜੀ ਸਾਹਿਬ ਆਉਣਾ, ਨਾ ਇਹਨਾਂ ਗੁਰਦੁਆਰੇ ਵੜਿਆ ਕਰਨਾ। ਜੇ ਕੋਈ ਇੱਕ ਅੱਧਾ ਤੁਹਾਡੇ ਚੋਂ ਘਰੇ ਪਾਠ ਕਰਿਆ ਕਰੂ ਤੇ ਇਹਨਾਂ ਹੱਸਿਆ ਕਰਨਾ, ਇਹਨਾਂ ਕਹਿਣਾ ਇਹ ਲੱਗੇ ਹੀ ਪਾਠ ਕਰਨ। ਏਦਾਂ ਦਾ ਸਮਾਂ ਆਉਣਾ ਜੇ ਆਪਣਾ ਰੁਕ ਜਾਓ ਥੋੜਾ ਜਿਹਾ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਦੇ ਦਾਤੇ ਦਇਆ ਦੇ ਸਾਗਰ, ਇਹ ਕੌੜੀ ਸਚਾਈ ਹੈ। ਕਹਿੰਦੇ ਨਾ ਸਿਆਣੇ ਵੀ ਹੱਥਾਂ ਨਾਲ ਗੰਢਾਂ ਦਿੱਤੀਆਂ, ਮੂੰਹ ਨਾਲ ਖੋਲਣੀਆਂ ਪੈਣੀ। ਨਾਲੇ ਹੁਣ ਤੇ ਜਿਉਂਦੇ ਰਹਿਣ ਸਾਡੇ ਕਥਾਵਾਚਕ ਭਰਾ, ਜਿਹੜੇ ਮਾਡਰਨ ਹੋ ਗਏ ਇਸ ਵੇਲੇ, ਵੰਨ ਸਵਰਨੇ ਲੀੜੇ ਕੱਪੜੇ, ਉਹ ਵੀ ਕਹਿੰਦੇ ਆਨੰਦ ਲਓ, ਖਾਓ ਪੀਓ, 4-5 ਵਿਆਹ ਕਰਾ ਲਓ, ਕੋਈ ਚੱਕਰ ਨਹੀਂ। ਜਿੱਥੇ ਮਰਜੀ ਜਾਓ, ਕੋਈ ਗੁਰਦੁਆਰੇ ਨਾ ਬਣਾਓ, ਨਾ ਪਾਠ ਕਰੋ, ਤੁਸੀਂ ਰੱਬਾਂ ਤੇ ਆਨੰਦ ਲਓ। ਉਹਨਾਂ ਦੇ ਨਾਲ ਇੰਨੇ ਕੁ ਲੋਕ ਜੁੜ ਗਏ, ਕਹਿੰਦੇ ਆਹ ਤਾਂ ਆਨੰਦ ਹੀ ਹੈ ਵੀ ਜਿੱਦਾਂ ਮਰਜੀ ਜ਼ਿੰਦਗੀ ਜੀਓ, ਮੀਟ ਖਾਓ, ਸ਼ਰਾਬ ਪੀਓ, ਬੀੜਾ ਲਾਓ, ਤੰਬਾਕੂ ਲਾਓ, ਬਸ ਕਹਿੰਦੇ ਦਿਲ ਸਾਫ਼ ਚਾਹੀਦਾ। ਪਤਾ ਨਹੀਂ ਉਹ ਕਿੱਥੋਂ ਰਹਿਣਾ ਸਾਫ਼, ਐ ਕਹਿਣ ਕਹਿੰਦਾ ਮਨ ਸਾਫ਼ ਚਾਹੀਦਾ। ਵੀ ਬੰਦਾ ਪੁੱਛੇ ਵੀ ਸਾਡੇ ਗੁਰੂ ਸਾਹਿਬ ਦੇ ਬੰਦ ਕੱਟੇ ਗਏ ਬੱਚੇ ਨੀਆਂ 'ਚ, ਉਹਨਾਂ ਦੇ ਮਨ ਮਾੜੇ ਸੀ ਵੀ ਉਹਨਾਂ ਦੇ ਮਨ ਮੈਲੇ ਸੀ ਵੀ ਉਹ ਐਵੇਂ ਪਾਠ ਕਰਦੇ ਰਹੇ, ਗੁਰੂ ਘਰ ਨਮਸਕਾਰਾਂ ਕਰਕੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਭਾਈ ਲਛਮਣ ਸਿੰਘ ਨੂੰ ਪੁੱਛੋ, ਹਾਂ ਪੁੱਠੀ ਖੱਲ ਲਾ ਕੇ, ਜੰਡ ਨਾ ਬੰਨ੍ਹ ਕੇ, ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ ਭਾਈ ਸਾਹਿਬ, ਜਿਨ੍ਹਾਂ ਕੁਰਬਾਨੀਆਂ ਕੀਤੀਆਂ। ਹੁਣ ਅਸੀਂ ਸਾਰੇ ਟੇਢੇ ਚੱਲ ਪਏ। ਹਰ ਬੰਦਾ ਕਹਿੰਦਾ ਜੀ ਅਸੀਂ ਬੌਲੀ ਸਾਹਿਬ ਗਏ, ਉੱਥੇ ਤਾਂ ਭਾਈ ਸਾਹਿਬ ਨੇ ਕਥਾ ਹੀ ਬੜੀ ਸਖਤ ਕੀਤੀ, ਤੇ ਇੱਕ ਥਾਂ ਅਸੀਂ ਡੇਰੇ ਤੇ ਗਏ, ਉਹ ਕਹਿੰਦੇ ਦਾੜੀ ਰੋਜ਼ ਮਨਾਓ, ਸਿਰ ਰੋਜ਼ ਕਟਾਓ, ਬੋਤਲ ਰੋਜ਼ ਪੀਓ, ਮੀਟ ਖਾਓ, ਬਸ ਨਾ ਸ਼ਬਦ ਕਮਾਓ, ਤੁਹਾਡਾ ਭਲਾ ਹੋ ਜਾਊ। ਤੇ ਫਿਰ ਉੱਧਰ ਹੀ ਜਾਓਗੇ ਨਾ। ਮੇਰੇ ਕੋਲ ਕਹਿੰਦੇ ਅਗਲੇ ਕਹਿੰਦੇ ਬਾਬਾ ਅਸੀਂ ਤੇ ਘਰਦਿਆਂ ਦੇ ਨਹੀਂ ਆਖੇ ਲੱਗਦੇ, ਤੂੰ ਕਿੱਦਾਂ ਸਾਨੂੰ ਬੇਇੱਜ਼ਤੀ ਕਰ ਜੇ। ਇਹ ਸਚਾਈ ਹੈ ਅੱਜ ਦੀ। ਆਪਾਂ ਕਹਿੰਦੇ ਵੀ
ਈਸਾਈ ਧਰਮ ਵੱਧ ਰਿਹਾ। ਅੱਜ ਸਾਡਾ ਇੱਕ ਸਿੰਘ ਮੈਨੂੰ ਬੇਨਤੀ ਭੈਣ ਲਾਈਵ ਤੇ ਬੈਠੀ, ਕਹਿੰਦੇ ਥੋੜਾ ਜਿਹਾ ਸੰਗਤ ਨੂੰ ਜਾਗਰੂਕ ਕਰੋ। ਅਵਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਉਹਨਾਂ ਤੇ ਪਰਚਾ ਹੋ ਚੁੱਕਾ, ਸੱਚ ਬੋਲਣ ਦਾ ਪਰਚਾ ਹੋਇਆ ਉਹਨਾਂ ਦਾ। ਉਹ ਕਹਿੰਦੇ ਜੀ ਈਸਾਈ ਧਰਮ ਵੱਧਦਾ ਜਾਂਦਾ, ਤੁਸੀਂ ਕਥਾ ਕਰੋ। ਮੈਂ ਕਿਹਾ ਕਥਾ 'ਚ ਕੀ ਕਰਾਂਗੇ? ਅਗਲਿਆਂ ਨੇ ਛੋਡਾਂ ਦੇ ਦਿੱਤੀਆਂ, ਛੋਡਾਂ ਤੇ ਛੋੜ ਤੇ ਹਰ ਬੰਦਾ ਤਿਆਰ ਹੈ। ਜਿਹੜਾ ਸੂਟ ਤੁਹਾਨੂੰ ਸ਼ੋਰੂਮ ਦੇ ਵਿੱਚ 4500 ਦਾ ਮਿਲਦਾ, ਸੇਲ ਤੇ 1500 ਦਾ, ਕਿਹੜਾ ਲਓਗੇ? ਉਹ ਹੀ ਲਓਗੇ ਨਾ। ਅਗਲਿਆਂ ਨੇ ਕਹਿਤਾ ਵਾ ਵੀ ਬਸ ਤੁਸੀਂ ਆਪਦਾ ਉਹ ਇੱਕ ਸ਼ਬਦ ਜਾਓ ਜਪੋ ਤੇ ਨਜ਼ਾਰੇ ਲਓ। ਹੁਣ ਗੁਰੂ ਦੀ ਮਰਜ਼ਾਦਾ ਸਖਤ ਆ। ਗੁਰੂ ਕਹਿੰਦਾ ਤੈਨੂੰ ਕੇਸ ਰੱਖਣੇ ਪੈਣੇ, ਅੰਮ੍ਰਿਤ ਵੇਲੇ ਉੱਠਣਾ ਪੈਣਾ, ਝੂਠ ਛੱਡਣਾ ਪੈਣਾ। ਐਡਾ ਵੱਡਾ ਕਿਹੜਾ ਕੰਮ ਕਰੂਗਾ? ਉਹ ਕਹਿੰਦੇ ਬਾਬਾ ਜੀ ਉਹ ਉੱਥੇ ਠੀਕ ਆ, ਸੌਖੇ ਬੰਦੇ ਹਰ ਕੋਈ ਜਾਂਦਾ। ਉਹ ਕਹਿੰਦੇ ਜੀ ਉਹਨਾਂ ਦੀ ਗਿਣਤੀ ਦਿਨਾਂ 'ਚ ਵੱਧ ਗਈ, ਉਹ ਘਰਾਂ ਘਰਾਂ 'ਚ ਆਪਣਾ ਪ੍ਰਚਾਰ ਕਰ ਗਏ। ਬਾਬਾ ਜੀ ਤੁਸੀਂ ਕੀ ਕਰਦੇ ਬੈਠੇ? ਮੈਂ ਕਿਹਾ ਆਪਾਂ ਨਹੀਂ ਕਿਸੇ ਘਰ ਘੁਰ 'ਚ ਜਾਣਾ, ਜਿੰਨੇ ਆਉਣਾ ਆ ਜੇ ਆਖੋ ਸਤਿਨਾਮ। ਮੈਂ ਕਿਹਾ ਮੈਂ 4 ਦਿਨ ਘਰੇ ਚਲੇ ਗਿਆ। ਉਹ ਈਸਾਈ ਘਰ ਘਰ ਜਾ ਕੇ ਪ੍ਰਚਾਰ ਕਰਦੇ ਆ ਤੇ ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਪਿਆਰ ਕਰਦੇ ਆ। ਲੈ ਕਿਸੇ ਸਿੱਖ ਦੇ ਘਰ 4 ਦਿਨ ਚਲ ਜਾ, 5ਵੇਂ ਦਿਨ ਕਹਿਣਾ ਬਾਬਾ ਗਲਤੀ, ਉਹ ਫਲਾਣੇ ਦੇ ਘਰ ਬਾਬਾ ਆਉਂਦਾ ਹੀ, ਰਾਤ ਆਇਆ ਸਵੇਰੇ ਵੀ ਆਇਆ, ਉੱਥੇ ਅਖਬਾਰ ਤੇ ਫੋਟੋ ਲੱਗ ਜਾਣੀ 10ਵੇਂ ਦਿਨ। ਮੈਂ ਕਿਹਾ ਮੈਂ ਤੇ ਨਹੀਂ ਘਰ ਘਰ ਜਾ ਕੇ ਪ੍ਰਚਾਰ ਕਰੂ, ਬਾਪੂ ਕੋਲ ਬਹੁ ਜਿਹਨੇ ਆਉਣਾ ਆ ਜਾਓ। ਇਸ ਕਰਕੇ ਅਗਲੇ ਘਰ ਘਰ ਪ੍ਰਚਾਰ ਕਰਦੇ ਤੇ ਅਗਲਿਆਂ 'ਚ ਪਿਆਰ ਵੀ ਆ। ਪ੍ਰਸ਼ਾਦ ਨਹੀਂ ਖਾਂਦੇ ਗੁਰਦੁਆਰੇ ਦਾ, ਉਹ ਜਲ ਨਹੀਂ ਲੈਂਦੇ, ਕਹਿੰਦੇ ਨਾ ਅਸੀਂ ਆਪਦੇ ਉਹਨਾਂ ਲਈ ਕੁਰਬਾਨ। ਤੇ ਤੁਹਾਨੂੰ 30 ਸਾਲ ਹੋ ਗਏ ਗੁਰਦੁਆਰੇ, ਤੁਸੀਂ ਲੜਨ ਨਾਲ ਹੀ ਮਰ ਜਾਣਾ। ਫਿਰ ਕਹੀਏ ਤੇ ਕਹਿੰਦੇ ਬਾਬਾ ਬੋਲਦਾ ਏ ਤੁਸੀਂ ਪਾਣੀ ਵੰਡੀ ਜਾਂਦੇ, ਪ੍ਰਸ਼ਾਦਾ ਵੰਡੀ ਜਾਂਦੇ, ਕੀ ਕਰਨ ਦੇ ਆਪਾਂ? ਲੋਕੀ ਘਰ ਘਰ ਜਾ ਕੇ ਜੋੜਨ ਦੇ ਤੇ ਤੁਸੀਂ 4 ਜਣੇ ਆ ਤੇ 4 ਜਣੇ ਲੜੀ ਫਿਰਦੇ ਆਖੋ ਸਤਿਨਾਮ। ਇਹ ਗੱਲਾਂ ਕੌੜੀਆਂ ਲੱਗਣਗੀਆਂ। ਲਾਈਵ ਚੱਲਦਾ। ਸਾਡੀ ਤਰੱਕੀ ਕਿਉਂ ਨਹੀਂ ਹੋ ਰਹੀ? ਕਿਉਂਕਿ ਉਹ ਲੋਕ ਇਕਜੁੱਟ ਹੋ ਕੇ ਤੁਰ ਪਿਆ। ਕੀ ਬੀਬੀਆਂ, ਬੰਦੇ, ਬੁੜੀਆਂ, ਬੱਚੇ ਸਭ ਕਹਿੰਦੇ ਤਕੜੇ ਹੋ ਕੇ ਘਰ ਘਰ ਫੈਲਾ ਦਿਓ ਧਰਮ। ਤੇ ਸਾਡੇ ਵਾਲਿਆਂ ਨੇ ਸਹੁੰ ਖਾਧੀ ਵੀ ਜਿਹੜਾ ਕਥਾ ਕੀਰਤਨ ਕਰੂ ਉਹਦੀਆਂ ਲੱਤਾਂ ਵੜ ਦਿਓ। ਉਹਨੂੰ ਵੇਖੋ ਭਜਾਉਣਾ ਕਿੱਦਾਂ ਗੁਰਦੁਆਰੇ। ਜਿਹਨੂੰ ਕੱਖ ਨਹੀਂ ਆਉਂਦਾ ਉਹ ਕਹਿੰਦਾ ਗ੍ਰੰਥੀ ਨੂੰ 2-3 ਮਹੀਨੇ ਹੋ ਹੀ ਚੱਲੇ, ਬਦਲਿਆ ਨਹੀਂ ਹੈ। ਮਹੀਨੇ ਬਾਅਦ ਤੇ ਗ੍ਰੰਥੀ ਚੇਂਜ ਕਰਦੇ ਆ। ਉਹ ਵਿਚਾਰੇ ਦੀਆਂ 3 ਧੀਆਂ, ਸਮਾਨ ਪਿਆ, ਕੋਈ ਘਰ ਬੂਆ ਨਹੀਂ। ਉਹਨੇ ਰਾਤ ਨੂੰ ਆਪਾਂ ਕਹਿੰਦਾ ਬਾਬਾ ਕੱਲ ਨੂੰ ਨਵਾਂ ਗ੍ਰੰਥੀ ਆਏ ਨਾ, ਉਹਦਾ ਸਮਾਨ ਚੁੱਕ ਲਾ। ਕਿੱਥੇ ਖੜੂ ਸਮਾਨ? ਕਿੱਥੇ ਲੈ ਜਾਵੇਗਾ? ਉਹ ਫਿਰ ਈਸਾਈ ਬੰਦੇ ਨੂੰ ਕਹਿੰਦਾ, ਉਹ ਕਹਿੰਦਾ ਆ ਜਾ ਚੰਡੀਗੜ੍ਹ ਕੋਠੀ ਲੈ ਦਾਂਗੇ, ਤੂੰ ਸਾਡੇ ਧਰਮ 'ਚ ਆ ਜਾ। ਗ੍ਰੰਥੀ ਸਿੰਘ ਜਿਹੜੇ ਈਸਾਈ ਦੇ ਵਿੱਚ ਜਾ ਕੇ ਧਰਮ ਦੇ ਪਰਿਵਰਤਨ ਹੋ ਗਏ। ਗਲਤੀਆਂ ਕਿਹਦੀਆਂ? ਸਾਡੀਆਂ। ਅਸੀਂ ਬਾਹਰ ਗਏ, ਸਾਡੇ ਘਰਾਂ 'ਚ ਜਿੰਦਰਾ ਲੱਗਾ ਏ, ਘਰ ਦੇ ਵਿੱਚ ਬਈਏ ਰਹਿ ਰਹੇ, ਪਰ ਅਸੀਂ ਆਪਣਿਆਂ ਦਾ ਸਾਥ ਨਹੀਂ ਦਿੱਤਾ, ਨਹੀਂ ਦਿੱਤਾ, ਨਹੀਂ ਦਿੱਤਾ। ਸਿੱਖ ਕੌਮ ਦੁਨੀਆ ਤੇ ਰਾਜ ਕਰ ਸਕਦੀ, ਇਹਨਾਂ ਨੂੰ ਇੱਕੋ ਹੀ ਪੰਗਾ ਵਾ, ਇਕੱਠੇ ਨਹੀਂ ਬਹਿ ਸਕਦੇ। ਇਹ ਮੁੜ ਕੇ ਵਚਨ ਤਾਂ ਹੁਣ ਮੇਰੇ ਸਿਰ ਆਉਣਾ ਹੀ ਹੁੰਦਾ, ਮੈਂ ਸੱਚ ਕਹਿ ਦਿੰਦਾ। ਇੱਕ ਉਹੋ ਹੀ ਚੀਜ਼ ਹੁੰਦੀ ਹੈ, ਮੈਂ 2 ਕਿਲੋ ਇੱਥੇ ਲਾਈ ਹੈ, ਤੂੰ 2 ਕਿਲੋ ਉੱਥੇ ਲਾਈ ਹੈ, ਉਹਨੇ ਉੱਥੇ, ਜੇ ਉਹ ਸਾਰੀ ਇਕੱਠੀ ਲਾ ਦੋ ਤੇ ਉੱਥੇ ਘਾਟਾ ਪੈ ਚੱਲਿਆ। ਉਦਾਂ ਤੁਸੀਂ ਰੋਜ਼ ਬਾਣੀ ਪੜ੍ਹਦੇ ਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਦੁਬਿਧਾ ਕਿੱਥੇ ਦੂਰ ਹੋ ਰਹੀ? ਦੁਬਿਧਾ ਤਾਂ ਪੈ ਗਈ ਹੈ। ਮੈਂ ਕਿਹਾ ਜੇ ਇੱਥੇ ਮੈਂ ਬਹਿਣਾ ਤੇ ਦੂਜਾ ਨਹੀਂ ਬਹਿ ਸਕਦਾ, ਜੇ ਮੈਂ ਇੱਥੇ ਜਾਣਾ ਤੇ ਦੂਜਾ ਨਹੀਂ ਆ ਸਕਦਾ, ਕਿੱਦਾਂ ਪ੍ਰਚਾਰ ਕਰ ਲਓਗੇ? ਤੁਹਾਨੂੰ ਤੇ ਮਹਾਰਾਜ ਨੇ ਆਖਿਆ ਸੀ ਇਕੱਠੇ ਰਿਓ, ਇਕੱਠੇ ਬਿਓ, ਇੱਕ ਦੂਜੇ ਦੀ ਬਾਂਹ ਫੜ ਕੇ। ਇੱਕ ਨਾਰਾ ਸੀ ਗੁਰੂ ਨਾਨਕ ਸਾਹਿਬ ਨੇ ਬੁਲੰਦ ਕੀਤਾ, ਘਰ ਘਰ ਬਾਬਾ ਗਾਵੀ। ਘਰ ਘਰ ਦੇ ਵਿੱਚ ਕੀਰਤਨ ਕਰਾ ਦਿਓ ਕਥਾ। ਮੈਨੂੰ ਲੱਗਦਾ ਗੁਸਤਾਖੀ ਮੇਰੀ ਗੁਰੂ ਮਾਫ ਕਰੇ, ਆਉਣ ਵਾਲੇ 20 ਸਾਲਾਂ ਨੂੰ ਗੁਰੂ ਘਰ 'ਚ ਵੀ ਤਰਸ ਕੇ ਕਥਾ ਕੀਰਤਨ ਮਿਲਿਆ ਕਰੋ, ਤਰਸ ਕੇ ਮਿਲਿਆ ਕਰੋ। ਆ ਬਾਹਰ ਜਾਈਦਾ ਨਾ, ਕਈ ਕਹਿਣਗੇ ਬਾਬਾ ਜੀ ਆਓ ਵਰਗਾ ਕੋਈ ਸਿੰਘ ਦਿਓ, ਇੱਥੇ ਸਾਡੇ ਪਿੰਡ ਵੀ ਕਥਾ ਹੋਵੇ। ਬਾਬਾ ਪਾਠ ਤੇ ਕਰਦਾ ਪਰ ਸੁਣਾਉਂਦਾ ਕੁਝ ਨਹੀਂ। ਮੈਂ ਕਿਹਾ ਵੀ ਹੁਣ ਕੋਈ ਨਹੀਂ ਲੱਭਣਾ, ਆਖੋ ਸਤਿਨਾਮ। ਇਹ ਸੱਚਾਈ ਹੈ ਪਿਆਰਿਓ। ਤੁਸੀਂ ਗੁੱਸਾ ਕਰ ਲੈਂਦੇ, ਅਗਲੇ ਪਿਆਰ ਕਰਦੇ। ਹੁਣ ਧਰਮ ਕੋਈ ਵੀ ਹੋਵੇ, ਸਿੱਖ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ, ਜੈਨੀ, ਬੋਧੀ, ਸਾਰਿਆਂ ਨੂੰ ਪਿਆਰਾ ਵਾ ਨਾ। ਹੁਣ ਈਸਾਈ ਗਿਆਨੀ ਤੇ ਪਰਚਾ ਹੋਇਆ, ਹੁਣ ਅਪੀਲ ਕਰ ਰਹੇ, ਕਿਉਂ ਹੋਇਆ? ਉਹਨੇ ਸਿਰਫ ਇਹੋ ਕਿਹਾ ਵਾ, ਤੁਹਾਨੂੰ ਕਿਹਾ ਵਾ ਵੀ ਤੁਸੀਂ ਆਪਣੇ ਧਰਮ ਨੂੰ ਕਾਹਤੋਂ ਛੱਡੀ ਜਾਂਦੇ ਆ? ਜਿਹਦਾ ਧਰਮ ਉਹਨਾਂ ਨੂੰ ਮੁਬਾਰਕ ਆ। ਵੀ ਤੁਸੀਂ ਗੁਰੂ ਵਾਲੇ ਸਿੰਘ ਕਈ ਆਪਣੇ ਗਾਤਰੇ ਲਾ ਕੇ ਦਸਤਾਰਾਂ, ਉਹ ਉੱਥੇ ਜਾ ਕੇ ਉਹਨਾਂ ਦਾ ਨਾਮ ਲੈ ਰਹੇ, ਕਹਿੰਦੇ ਇੰਨੇ ਸਾਲ ਹੋ ਗਏ ਸਾਨੂੰ ਕੀ ਮਿਲਿਆ ਗੁਰੂ ਘਰੋਂ? ਅਸੀਂ ਤੇ ਲੜਦੇ ਵੇਖਿਆ। ਜੇ ਬਾਹਰ ਲੰਗਰ 'ਚ ਜਾਂਦੇ ਤੇ ਲੰਗਰ ਵਾਲੇ ਲੜੀ ਜਾਂਦੇ ਆ,
ਛਬੀਲ ਤੇ ਜਾਂਦੇ, ਛਬੀਲ ਵਾਲੇ ਲੜੀ ਮਰੀ ਜਾਂਦੇ ਆ, ਜੇ ਅੰਦਰ ਜਾਣੇ ਤੇ ਕੀਰਤਨ ਵਾਲੇ ਲੜਨ ਦੇ। ਇਹ ਹਾਲਾਤ ਸਚਾਈ ਹੈ ਸਾਡੇ ਘਰ ਦੀ। ਮੈਂ ਮਾਫੀ ਚਾਹੁੰਦਾ ਏ। ਉਹ ਕਹਿੰਦੇ ਇਹਨਾਂ ਕੋਲ ਲੜਾਈ ਤੋਂ ਬਿਨਾਂ ਹੈ ਕੀ, ਇੱਕ ਦੂਜੇ ਨੂੰ ਬੁਰਾ ਕਹੀ ਜਾਂਦੇ। 20 ਸਾਲ ਹੋ ਗਏ ਮੈਨੂੰ ਨਿਤਨੇਮ ਕਰਦਿਆਂ, ਜ਼ੁਬਾਨ ਮੇਰੀ ਐਡੀ ਮਾੜੀ ਕਿ ਛੱਡ ਦੇਗਾ। ਅਗਲੇ ਆਓ ਜੀ, ਬੈਠੋ ਜੀ, ਜਲ ਛਕੋ, ਪਾਣੀ ਛਕੋ। ਅਗਲਿਆਂ ਦੀ ਮਿਠਾਸ ਹੀ ਉਹਨਾਂ ਦਾ ਧਰਮ ਪਰਿਵਰਤਨ ਕਰ ਚੁੱਕੀ ਹੈ। ਕਿਉਂਕਿ ਤੁਸੀਂ ਉਹਨਾਂ ਦੇ ਕਿਤੇ ਚੱਲ ਜਿਓ, ਜਿਹੜੇ ਉਹਨਾਂ ਦੇ ਮੇਨ ਘਰ ਹੈ ਏਸੀ ਕਮਰਾ, ਪ੍ਰਸ਼ਾਦਾ ਤੁਹਾਨੂੰ ਫਰੈਸ਼ ਮਿਲੂਗਾ, ਹੱਥ ਸੁੱਚੇ। ਇੱਥੇ ਬੰਦਾ ਸਵੇਰ ਤੋਂ ਸ਼ਾਮਾਂ ਤੱਕ ਸੇਵਾ ਕਰਦਾ ਗੁਰੂ ਦੀ ਪ੍ਰਚਾਰ ਦੀ, ਤੇ ਜਦੋਂ ਪੰਗਤੀ 'ਚ ਬਹਿ ਕੇ ਚੀਜ਼ ਮੰਗਦਾ ਤੇ ਅੱਗੋਂ ਬਹਿ ਜਾ ਕੇ ਤੂੰ ਇੱਥੇ ਜ਼ਿਆਦਾ ਕਾਲਾ। ਆਹ ਹਾਲਾਤ ਨੇ, ਕਿਤੇ ਨਾ ਕਿਤੇ ਸਾਰੇ ਹੀ ਆਪਾਂ ਗਲਤ ਹੈ। ਕਿਉਂਕਿ ਜਿਹੜਾ ਸਾਡੇ ਗੁਰੂ ਦਾ ਸੁਪਨਾ ਸੀ ਨਾ, ਮੈਂ ਤਾਂ ਅੱਜ ਕਿਹਾ ਹੈ ਕਿਉਂਕਿ ਭਾਈ ਸਾਹਿਬ ਬੁੱਢੇ ਹੋ ਗਏ ਸਿੱਖੀ ਲਈ। ਇੱਕੋ ਹੀ ਨਿਧੜਕ ਪ੍ਰਚਾਰਕ ਹੈ ਸਿੱਖ ਕੌਮ ਦਾ, ਗਿਆਨੀ ਜਸਵੰਤ ਸਿੰਘ, ਜਿਹੜਾ ਮੂੰਹ ਤੇ ਗੱਲ ਕਹਿੰਦਾ ਸੱਚ ਨੂੰ ਫਾਂਸੀ ਤਾਂ ਹੋਣੀ ਹੋਈ ਹੈ। ਕਿਉਂਕਿ ਸੱਚ ਕੋਈ ਬਰਦਾਸ਼ਤ ਨਹੀਂ, ਪਰ ਉਹ ਇੱਕ ਸੁਪਨਾ ਲੈ ਕੇ ਚੱਲਿਆ ਸੀ। ਹਰ ਬੰਦਾ ਇਸ ਸੁਪਨੇ ਤੋਂ ਅੱਜ ਭੱਜਦਾ ਏ। ਆਓ ਸੁਪਨਾ ਕੀ ਸੀ ਸਾਰੇ ਗਾਈਏ। ਤੁਹਾਡੇ ਬਾਬੇ ਨੇ 550 ਸਾਲ ਪਹਿਲਾਂ ਇੱਕ ਸੁਪਨਾ ਲਿਆ ਸੀ। ਉਹ ਸੁਪਨਾ ਸੀ ਵੀ ਹਰ ਘਰ ਦੇ ਵਿੱਚ ਪਰਮੇਸ਼ਰ ਦਾ ਸਿਮਰਨ ਹੋਵੇ, ਕੇਸ ਹੋਣ, ਪਿਆਰ ਹੋਵੇ, ਇੱਕ ਦੂਜੇ ਦੀ ਨਾ ਹੋਵੇ, ਕਿਰਤ ਕਰੋ, ਨਾਮ ਜਪੋ। ਉਹ ਬਾਬੇ ਦਾ ਸੁਪਨਾ ਭਾਈ ਗੁਰਦਾਸ ਨੇ ਲਿਖਿਆ ਸੀ ਤੇ ਲਿਖਿਆ ਹੀ ਰਹਿ ਚੱਲਿਆ ਮੈਨੂੰ ਲੱਗਦਾ। ਅੱਜ ਤੁਸੀਂ ਜਿੰਨਾ ਚਿਰ ਪਾਠ ਕਰਦੇ ਹੋ, ਗਾਂਹ ਵਾਲੇ ਬੱਚੇ ਪਾਠ ਕਰਦੇ ਗੁਰਦੁਆਰੇ ਕਹੋ ਨਾ, ਕਹਿਣਾ ਨਹੀਂ ਬੀਬੀ ਤੂੰ ਜਾਇਆ, ਮੈਂ ਲੰਗਰ ਚਲਾਉਣਾ। ਮੂੰਹ ਨਹੀਂ ਕਰਨਗੇ, ਮੂੰਹ। ਆਹ ਤਾਂ ਸ਼ੁਕਰ ਹੈ ਵੀ 25-30 ਪਿੰਡਾਂ ਦੀ ਸੰਗਤ ਇਸ ਵੇਲੇ ਇੱਥੇ ਬੈਠੀ ਤੇ ਆਪਾਂ 4 ਬੈਠੇ। ਜਿੰਨੇ ਗੁਰੂ ਘਰ ਹੈ ਉੱਧਰ ਜਾ ਕੇ ਵੇਖ ਲਓ ਪਿੰਡਾਂ ਸ਼ਾਮ ਦੀ ਖਾਲੀ ਦਰਬਾਰ। ਭਾਈ ਕੱਲਾ ਵਿਚਾਰਾ ਪਾਠ ਕਰਦਾ, ਕੱਲਾ ਹੀ ਮਹਾਰਾਜ ਸਿਰ ਤੇ ਰੱਖਿਆ, ਕੱਲਾ ਹੀ ਕੱਪੜਾ ਵਿਛਾਉਣਾ, ਵਿੱਚ ਭਾਵੇਂ ਮਹਾਰਾਜ ਦੇ ਸਰੂਪ ਦੇਖ ਵੀ ਸਕੇ, ਕੱਲਾ ਹੀ ਕੱਪੜਾ ਵਿਛਾਉਂਦਾ, ਇੱਕ ਹੱਥ ਨਾਲ ਚੌਰ ਕਰਦਾ, ਦੂਜੇ ਨੂੰ ਮਹਾਰਾਜ ਛੱਡ ਕੇ ਬੜਾ ਆਹ ਹਾਲਾਤ ਨਹੀਂ ਸਾਡੇ ਗੁਰੂ ਦਾ ਕਿ ਮਹਾਰਾਜ ਦਾ ਸੁਪਨਾ ਕੀ ਸੀ। ਘਰ ਘਰ ਬਾਬਾ ਗਾਵੀਐ, ਘਰ ਘਰ ਬਾਬਾ क्योंकि वो सीन सामने सुन रहा सिर्फ इतनी बात सही किसी जो बंदे का कुएं पे पैर रखा भी चीज नहीं निकलती या अपना कुएं पे क्या बंदे अपने पैर रखते हर पासे अपने घाटा खाई जगह अपने साथ नाम सुन बाबे ने लंगर लाया सी थप्पड़ बजा सी हो गया पर हमारे ने आख्या कि मैनू चपेड़ा में कुट दो पर मैं लंगर ला चलिया संभाल के रल मिल के प्यार के विच रहना प्यार जगाओ होवे ना जगाओ। हम दरबार साहब इको ही लोग चलती लखां बंदा उत्थे होना इको लोग चलती ये नहीं हो सकता भी उत्थे वक्खो वक्खरा चले इको ही चलना इको ही ना चलना दुविधा नहीं कोई चीज भी हो दुविधा के विच प्यार मुक जाता सारे। तो इस करके महाराज सच्चे पातशाह कृपा करे दया करे अज लोड़ है धर्म के वास्ते लोड़ है क्योंकि जे आप सौ गए ना बहुत नुकसान होना। हुण मेरे प्यार वाले की कहते बाबा जी तुसीं की लेना तुसीं की लेना बोल के पर पता नहीं क्यों जो अपने गुरु का इतिहास पढ़ीदा भी फिर गुरु गोबिंद सिंह ने की लेना सी अपने सवाल है ना। हुण मेरा टाइम तुहाडा मैं 20 मिनट लै लिया गालां भी मिलनियां जाके सारे नितनेम करना रोटियां पकाउणियां एक दी गालां मिलियां टाइम खराब किया कि तुहानूं कौड़ा बोलिया
तो इस करके ਦਾ ਕਾਰਨ ਇਹੋ ਹੀ ਆ। ਮਸਕੀਨ ਸਾਹਿਬ ਕਹਿੰਦੇ ਕੋਲਿਆਂ ਦੇ ਪੈਰਾਂ ਦਾ ਚੀਕ ਪੈਂਦੀ ਹੈ। ਜਿੱਥੇ ਗਲਤ ਆ ਉੱਥੇ ਗਲਤ ਆ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਸੰਦ ਇਕੱਠੇ ਕੀਤੇ ਤੇ ਜਿਹੜੇ ਸਹੀ ਸੀ ਉਹਨਾਂ ਨੂੰ ਸਰੋਪੇ ਦਿੱਤੇ ਸੀਸਾਂ, ਜਿਹੜੇ ਮੇਰੇ ਅੱਗੇ ਗਲਤ ਸੀ ਉਹਨਾਂ ਨੂੰ ਕੜਾਇਆ ਚ ਤਲਿਆ। ਦੱਸੋ ਸਹੀ ਸੀ ਕਿ ਗਲਤ ਸੀ? ਜੇ ਹੁਣ ਕੋਈ ਕਹੇ ਕਿ ਨਹੀਂ ਜੀ ਗੁਰੂ ਗੋਬਿੰਦ ਸਿੰਘ ਨੇ ਤੇ ਗਲਤ ਕੀਤਾ, ਵੀ ਸਿੱਖਾਂ ਨੂੰ ਫੜ ਕੇ ਕੜਾਇਆ ਚ ਤੱਤਿਆਂ ਚ ਪਾ ਕੇ ਮਾਰਦਾ, ਇਹ ਬਹੁਤ ਵੱਡਾ ਘਰ ਹੈ। ਇਹਦੇ ਘਰ 'ਚ ਪਿਆਰ ਵੀ ਬੜਾ ਹੈ। ਤੇ ਜਦੋਂ ਫਿਰ ਦੇਗ ਚੱਲਦੀ ਹੈ ਤੇ 5 ਸਾਲ ਤੋਂ ਲੈ ਕੇ 95 ਸਾਲ ਦਾ ਸ਼ਹੀਦ ਹੈ ਸਾਡੇ ਧਿਆਨ 'ਚ। ਪਰ ਆਪਾਂ ਇਹੋ ਕਹੀਦਾ ਛੱਡੋ ਬੜਾ ਕੀ ਹੈ, ਮਸਿਆ ਸੀ ਨਾ ਅੱਜ ਮਨਾਈ ਗਈ ਆਖੋ ਸਤਿਨਾਮ। ਉਹਦਾ ਦਾ ਸਵੇਰ ਦੀ ਪਤਾ ਨਹੀਂ ਮੰਨੀ ਉਹ ਕਿ ਨਹੀਂ, ਤੇ ਮਸਿਆ ਮੰਨ ਗਈ ਹੈ ਕਿਉਂਕਿ ਅਸੀਂ ਗੁਰੂ ਨੂੰ ਮੰਨੀਏ। ਬਾਣੀ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਨਹੀਂ ਤੇ ਫਿਰ ਉਹ ਦਿਨ ਦੂਰ ਨਹੀਂ। 100 ਦੇ ਵਿੱਚੋਂ 25% ਸਾਡੇ ਅੰਮ੍ਰਿਤਧਾਰੀ ਸਿੱਖ ਜਿਹੜੇ ਈਸਾਈ ਬਣ ਚੁੱਕੇ ਹੋ। ਉਹ ਕਹਿੰਦੇ ਵਧੀਆ ਉੱਥੇ ਉਹ ਪਤਾ ਕਿੰਨਾ ਪਿਆਰ ਕਰਦੇ ਆ, ਕਿੰਨਾ ਕੋਈ ਸਾਡੀ ਨਫ਼ਰਤ ਨੇ ਸਾਡਾ ਨੁਕਸਾਨ ਕਰਦਾ। ਤੇ ਅਸੀਂ ਫਿਰ ਉਹ ਕਹਿ ਦਿੰਦਾ ਵੀ ਕਰ ਭਲਾ, ਉੱਚੀ ਬੋਲਿਓ ਨਾ, ਕਰ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਭਲਾ ਤਾਂ ਸਾਡੇ ਦਿਮਾਗ ਦਾ ਨਹੀਂ ਹੁੰਦਾ, ਸਰਬੱਤ ਦਾ ਕੀ ਕਰੇ? ਹਰ ਬੰਦਾ ਆਪਣੇ ਆਪ ਨੂੰ ਤੁਰਿਆ ਫਿਰਦਾ, ਭਲਾ ਕਰਿਆ ਕਰ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਬਹੁਤ ਬਹੁਤ ਧੰਨਵਾਦ ਸੰਗਤ ਦਾ। ਔਰ ਸ੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਬਾਬਾ ਬਜਾਈ ਆਉਂਦੇ ਆਪਾਂ ਨੂੰ ਉਹੀ ਸੇਵਾ ਕਰਾ ਕੇ ਸਮਰਨ ਕਰਕੇ ਨਹੀਂ ਤੇ ਔਖਾ ਹੈ। ਉਹਨਾਂ ਮਹਾਂਪੁਰਖਾਂ ਨੇ ਆਪ ਦੀ ਵਾਸਤੇ ਸਾਰਾ ਕੁਝ ਆਪੇ ਵਰਤਣਾ, ਆਪਣਾ ਹੀ ਆਪਣ ਦੇ ਜਾਂਦੇ ਆ। ਸੋ ਉਹਨਾਂ ਮਹਾਂਪੁਰਖਾਂ ਦੇ ਸਿਰ ਤੇ ਹੱਥ ਰਵੇ, ਕਿਰਪਾ ਬਣੀ ਰਵੇ। ਸਾਡੇ ਵਰਗਿਆਂ ਦਾ ਵੀ ਭਲਾ ਉਹਨਾਂ ਦੇ ਹੱਥੋਂ ਹੋਣਾ ਹੈ, ਕਿਉਂਕਿ ਸਾਧ ਦੀ ਮਹਿਮਾ ਵੇਦ ਨਾ ਜਾਣੇ ਦੇਤਾ ਸਵੇ। ਐਸੇ ਸਾਧੂ ਦੁਨੀਆ ਨੂੰ ਤਾਰਨ ਆਏ ਹੈ। ਇਸ ਕਰਕੇ ਉਹਨਾਂ ਨੇ ਆਪਾਂ ਨੂੰ ਸੇਵਾ ਦੇ ਲੜ ਲਾਇਆ, ਸਿਮਰਨ ਦੇ ਲੜ ਲਾਇਆ, ਸੰਬੰਧ ਆਪਾਂ ਨੂੰ ਸਿਖਾਇਆ ਵੀ ਕਿੱਦਾਂ ਦੇਣਾ ਹੈ। ਇਹ ਗੁਰੂ ਨਾਨਕ ਦਾ ਦਰਖਤ ਹੈ। ਇਹ ਜਿੰਨੇ ਵੀ ਧਰਮ ਜਿਹੜੇ ਕੋਈ ਨਿਰਮਲੀ ਟਕਸਾਲ ਨਾਨਕ ਸਰ ਆਪਣੀ NGPC ਇਹ ਸਾਰੇ ਪੱਤੇ ਹੈ। ਬੂਟਾ ਇੱਕੋ ਹੀ, ਇਸ ਬੂਟੇ ਦਾ ਤੱਕਿਓ ਟਿਕੜੋ ਆਗਿਆ ਪਈ ਅਕਾਲ ਕੀ ਅਭੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਸਿੱਖਾਂ ਦੂਜਿਆਂ ਨੂੰ ਨਹੀਂ, ਕਿਸੇ ਨੂੰ। ਜਿਹੜਾ ਵੀ ਸਿੱਖ ਹੁੰਦਾ ਹੈ ਉਹ ਇੱਕੋ ਗੁਰੂ ਨੂੰ ਮੰਨੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਬਿਲ ਬੋਲ ਜਾਏ ਖੋਜ ਸ਼ਬਦ ਮੇਂ ਬਾਕੀ ਬਖਸ਼ਿਸ਼ ਕਰ। ਵਾਹਿਗੁਰੂ ਜੀ ਕਾ ਖਾਲਸਾ।